जी आए ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 9ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਮੇਨ ਕੋਰਸ ਬੁੱਕ ਉਸ ਦਾ ਲੈਸਨ ਨੰਬਰ 3 ਬਜਟਿੰਗ ਯੂਅਰ ਟਾਈਮ ਅਰਥਾਤ ਸਮੇਂ ਖਰਚ ਦੀ ਵਿਉਂਤਬੰਦੀ। ਇਸ ਲੈਸਨ ਦੀ ਅਸੀਂ ਰੀਡਿੰਗ ਕਰਾਂਗੇ ਅਤੇ ਤਰਜਮਾ ਕਰਾਂਗੇ, ਉਲਥਾ ਕਰਾਂਗੇ। ਸੋ ਤੁਸੀਂ ਸਾਰੇ ਆਪਣੀ ਨੋਟਬੁੱਕ ਅਤੇ ਪੈਨ ਲੈ ਲਓ। ਸਾਰੇ ਲੈਸਨ ਨੂੰ ਧਿਆਨ ਦੇ ਨਾਲ ਸੁਣਨਾ ਹੈ ਤੇ ਜਿਹੜੀਆਂ ਗੱਲਾਂ ਦੱਸੀਆਂ ਜਾਣਗੀਆਂ, ਜਿਹੜੇ ਸ਼ਬਦ ਆਣਗੇ ਅੰਗਰੇਜ਼ੀ ਦੇ ਨਵੇਂ ਜਿਨ੍ਹਾਂ ਦੇ ਅਰਥ ਤੁਸੀਂ ਨਹੀਂ ਜਾਣਦੇ, ਉਹ ਅਰਥ ਦੱਸੇ ਜਾਣਗੇ। ਸੋ ਸਾਰਿਆਂ ਨੂੰ ਤੁਸੀਂ ਆਪਣੀ ਕਾਪੀ ਦੇ ਵਿੱਚ, ਨੋਟਬੁੱਕ ਵਿੱਚ ਉਹਨਾਂ ਨੂੰ ਉਤਾਰ ਲੈਣਾ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਕੰਠ ਕਰ ਲੈਣਾ ਹੈ। ਸੋ ਇਸੇ ਚੈਨਲ ਦੇ ਉੱਤੇ ਤੁਹਾਡੀ 9th ਕਲਾਸ ਦੀ ਸਾਇੰਸ ਜਿਹੜੀ ਬੁੱਕ ਹੈ ਉਹਦੇ ਵੀ ਨੋਟਸ ਅਤੇ ਕੁਐਸਚਨ ਆਨਸਰ ਤਿਆਰ ਕਰਕੇ ਪਾਏ ਜਾ ਰਹੇ ਹਨ। ਸੋ ਪਲੇਲਿਸਟ ਹੈਗੀ 9th ਸਾਇੰਸ। ਇੱਕ ਹੋਰ ਪਲੇਲਿਸਟ ਹੈ 9th ਮੈਥ, ਜਿਹਦੇ ਵਿੱਚ ਤੁਹਾਡੀ ਮੈਥ ਦੀ ਸਾਰੀ ਕਿਤਾਬ ਜਿਹੜੀ ਹੈ ਹੱਲ ਕਰਕੇ ਪਾ ਦਿੱਤੀ ਗਈ ਹੈ। ਸੋ ਉਹ ਪਲੇਲਿਸਟ 'ਤੇ ਜਾ ਕੇ ਤੁਸੀਂ ਲੜੀਵਾਰ ਜਿਹੜੇ ਨੇ ਆਪਣੇ ਸਵਾਲ ਦੇਖ ਸਕਦੇ ਹੋ ਆਨਸਰਸ ਦੇ ਨਾਲ। ਅਤੇ ਇੱਕ ਹੋਰ ਪਲੇਲਿਸਟ ਹੈ 9th ਮੈਥ ਨੋਟਸ, ਜਿਹਦੇ ਵਿੱਚ ਗਣਿਤ ਦੇ, ਮੈਥ ਦੇ ਜਿਹੜੇ ਇੰਪੋਰਟੈਂਟ ਕਨਸੈਪਟਸ ਹੈਗੇ ਨੇ, ਸਿਧਾਂਤ ਨੇ ਅਤੇ ਜੋ ਪਰਿਭਾਸ਼ਾਵਾਂ ਨੇ, ਜਿਹੜੇ ਸ਼ਬਦਾਵਲੀ ਹੈ ਗਣਿਤ ਦੀ, ਉਹ ਚੰਗੀ ਤਰ੍ਹਾਂ ਡਿਟੇਲ ਵਿੱਚ ਸਮਝਾਈ ਗਈ ਹੈ। ਸੋ ਤੁਸੀਂ ਉਹਦਾ ਬੈਨੀਫਿਟ ਵੀ ਲੈ ਸਕਦੇ ਹੋ। ਸੋ ਆਓ ਅਸੀਂ ਇਹ ਲੈਸਨ ਹੁਣ ਸ਼ੁਰੂ ਕਰਦੇ ਹਾਂ। Money, they say, is the most important ਮੈਨੇ ਮਹੱਤਵਪੂਰਨ, most important ਸਭ ਤੋਂ ਮਹੱਤਵਪੂਰਨ ਥਿੰਗ, ਵਸਤੂ, ਚੀਜ਼ ਇਨ ਲਾਈਫ, ਜ਼ਿੰਦਗੀ ਵਿੱਚ। ਸੋ ਦੇ ਸੇ ਅਸੀਂ ਉਹਨੂੰ ਪੰਜਾਬੀ ਜਿੱਦਾਂ ਕਹਾਂਗੇ ਕਿਹਾ ਜਾਂਦਾ ਹੈ, ਮਤਲਬ ਕਿ ਲੋਕ ਇੱਦਾਂ ਕਹਿੰਦੇ ਨੇ, ਅਰਥਾਤ ਇਹ ਪ੍ਰਚਲਿਤ ਹੈ, ਇਹ ਗੱਲ ਇੱਦਾਂ ਮੰਨੀ ਜਾਂਦੀ ਹੈ, ਕਹੀ ਜਾਂਦੀ ਹੈ। ਸੋ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਵਿੱਚ ਪੈਸਾ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਮਨੀ ਮੇਕਸ ਦਾ ਮੇਅਰ ਗੋ। ਮੇਅਰ ਦਾ ਮਤਲਬ ਹੁੰਦਾ ਬੱਚੋ ਘੋੜੀ, ਅਰਥਾਤ ਘੋੜੇ ਦਾ ਇਸਤਰੀ ਲਿੰਗ। ਇਹ ਕਹਾਵਤ ਹੈ ਅੰਗਰੇਜ਼ੀ ਦੀ, ਠੀਕ ਹੈ। ਇਜ਼ ਐਨ ਏਜ ਓਲਡ ਮੈਨੇ ਬਹੁਤ ਪੁਰਾਣੀ, ਯੁਗਾਂ ਪੁਰਾਣੀ। ਸੇਇੰਗ ਮੈਨੇ ਹੁੰਦਾ ਹੈ ਕਹਾਵਤ, ਅਖਾਣ, ਠੀਕ ਹੈ। ਹੁਣ ਇਹਦਾ ਅਰਥ ਕੀ ਹੋ ਗਿਆ ਵੀ ਪੈਸਾ ਘੋੜੀ ਨੂੰ ਅਗਾਂਹ ਤੋਰਦਾ ਹੈ, ਪਰ ਅਸੀਂ ਪੰਜਾਬੀ 'ਚ ਇੱਦਾਂ ਨਹੀਂ ਕਹਿੰਦੇ। ਅਸੀਂ ਕਹਾਂਗੇ ਵੀ ਇੱਕ ਬੜੀ ਪੁਰਾਣੀ ਕਹਾਵਤ ਹੈ, ਅਰਥਾਤ ਪੈਸੇ ਨਾਲ ਸਾਰੇ ਕੰਮ ਹੋ ਜਾਂਦੇ ਹਨ। ਆਮ ਤੌਰ 'ਤੇ ਬੰਦਾ ਧਾਰਨਾ ਇਹ ਲੈ ਕੇ ਚੱਲਦਾ ਹੈ ਕਿ ਪੈਸੇ ਨਾਲ ਸਾਰੇ ਕੰਮ ਹੋ ਜਾਂਦੇ ਹਨ। ਸੋ ਮਨੀ ਮੇਕਸ ਦੀ ਮੇਅਰ ਗੋ, ਮਨੀ ਘੋੜੀ ਅੱਗੇ ਤੁਰਦੀ ਹੈ, ਅਰਥਾਤ ਕਹਿਣ ਦਾ ਮਤਲਬ ਹੈ ਵੀ ਉਹ ਘੋੜੀ ਕੋਈ ਕੋਚਵਾਨ ਹੋ ਸਕਦਾ ਹੈ, ਕੋਈ ਬੰਦਾ ਹੈ ਵੀ ਚਲੋ ਬੈਠੇ ਤੇ ਕੰਮ, ਪੁਰਾਣੇ ਜ਼ਮਾਨੇ 'ਚ ਸਾਧਨ ਇਹੀ ਸੀਗਾ ਆਉਣ ਜਾਣ ਦਾ, ਘੋੜੀ। ਸੋ ਕਹਿਣ ਦਾ ਜੇ ਪੈਸਾ ਹੈ ਤੇ ਉਹ ਜਿਹੜਾ ਬੰਦਾ ਘੋੜੀ 'ਤੇ ਸਵਾਰ ਹੈ ਉਹਨੂੰ ਕਹਿ ਕੇ ਮਤਲਬ ਕੋਈ ਵੀ ਕੰਮ ਕਰਾਇਆ ਜਾ ਸਕਦਾ ਹੈ। ਇਹਦਾ ਇਹ ਕਹਿਣ ਦਾ ਮਤਲਬ ਹੈ। ਦੀ ਪਾਵਰ ਆਫ ਮਨੀ, ਅਰਥਾਤ ਪੈਸੇ ਦੀ ਤਾਕਤ। ਪੀਪਲ ਬਿਲੀਵ, ਲੋਕੀ ਵਿਸ਼ਵਾਸ ਕਰਦੇ ਹਨ, ਮੰਨਦੇ ਹਨ। ਇਜ਼ ਗ੍ਰੇਟ, ਵੱਡੀ ਹੈ, ਅਰਥਾਤ ਲੋਕਾਂ ਦਾ ਮੰਨਣਾ ਹੈ ਕਿ ਪੈਸੇ ਦੀ ਤਾਕਤ ਵੱਡੀ ਹੈ। ਬਟ ਗ੍ਰੇਟਰ ਸਟਿਲ, ਗ੍ਰੇਟਰ ਮੈਨੇ ਹੋਰ ਵੀ ਵੱਡੀ ਹੈ। ਇਜ਼ ਦੀ ਪਾਵਰ ਆਫ ਟਾਈਮ, ਪਰ ਉਸ ਤੋਂ ਵੀ ਵੱਡੀ ਤਾਕਤ ਸਮੇਂ ਦੀ ਹੈ, ਜੋ ਸਾਡਾ ਇਸ ਲੈਸਨ ਦਾ ਸਿਰਲੇਖ ਹੈ, ਬਜਟਿੰਗ ਯੂਅਰ ਟਾਈਮ। ਤੋ ਜਿਹੜਾ ਆਪਣਾ ਲਿਖਾਰੀ ਹੈ ਉਹਨੇ ਆਰੰਭ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਪੈਸੇ ਤੋਂ ਸ਼ੁਰੂ ਕਰਕੇ ਕਿ ਪੈਸਾ ਬੜਾ ਮਹੱਤਵਪੂਰਨ ਹੈ, ਪਰ ਉਹਨੇ ਇਹ ਗੱਲ ਪੇਸ਼ ਕਰਕੇ ਅੱਗੇ ਹੋਰ ਕਹੀਏ ਵੀ ਭਾਵੇਂ ਅਸੀਂ ਮੰਨਦੇ ਹਾਂ ਕਿ ਪੈਸੇ ਦੀ ਵੱਡੀ ਤਾਕਤ ਹੈ, ਪਰ ਪੈਸੇ ਤੋਂ ਵੀ ਵੱਡੀ ਤਾਕਤ ਹੈਗੀ ਹੈ ਸਮੇਂ ਦੀ। ਤੇ ਜਿੱਦਾਂ ਅਸੀਂ ਬੱਚਿਓ ਪੈਸੇ ਦਾ ਬਜਟ ਬਣਾਉਂਦੇ ਹਾਂ ਵੀ ਮੇਰੀ ਇੰਨੀ ਤਨਖਾਹ ਹੈ, 10,000 ਰੁਪਏ ਤਨਖਾਹ ਹੈ ਮੰਨ ਲਓ ਮੇਰੀ, ਤੇ ਮੇਰਾ ਆਟਾ ਪਾਣੀ ਦਾਲ ਸਬਜ਼ੀਆਂ ਦਾ ਖਰਚਾ ਇੰਨਾ ਹੈ, ਨਿਆਣਿਆਂ ਦੀ ਸਕੂਲ ਦੀ ਫੀਸ ਦਾ ਇੰਨਾ ਖਰਚਾ ਹੈ, ਤੇ ਮੈਂ ਬਿਜਲੀ ਦੇ ਲਈ, ਬਿਜਲੀ ਦਾ ਬਿੱਲ ਮੇਰਾ ਇੰਨਾ ਆਉਂਦਾ ਹੈ, ਪਾਣੀ ਦਾ ਬਿੱਲ ਇੰਨਾ ਆਉਂਦਾ ਹੈ, ਦਵਾਈਆਂ ਦਾ ਖਰਚਾ ਇੰਨਾ ਹੈ, ਮੇਰੇ ਬਜ਼ੁਰਗ ਮਾਤਾ ਪਿਤਾ ਨੇ ਉਹਨਾਂ ਦਾ ਇਹ ਖਰਚਾ ਹੈ। ਸੋ ਅਸੀਂ ਇਹ ਇੱਕ ਬਣਾ ਲੈਂਦੇ ਹਾਂ ਕਿ ਇੰਨੇ ਮੇਰੇ ਮਹੀਨੇ ਦੇ ਖਰਚੇ ਨੇ ਤੇ ਇੰਨੀ ਮੈਂ ਬਚਾਉਣਾ ਹੈ, ਇੰਨੀ ਮੈਂ ਬਚਤ ਕਰਨੀ ਹੈ। ਸੋ ਇਹ ਜਿਹੜਾ ਖਰਚਾ ਤੇ ਬਚਤ ਦਾ ਇੱਕ ਵਿਉਂਤਬੰਦੀ ਕਰਨੀ, ਇਹਨੂੰ ਕਿਹਾ ਜਾਂਦਾ ਹੈ ਬਜਟਿੰਗ, ਠੀਕ ਹੈ। ਪੈਸੇ ਦੀ ਬਜਟਿੰਗ ਤੇ ਕਈ ਲੋਕ ਕਰਦੇ ਨੇ, ਕਈ ਤੇ ਉਹਦੀ ਵੀ ਨਹੀਂ ਕਰਦੇ, ਪਰ ਸਮੇਂ ਦੀ ਬਜਟਿੰਗ ਕੋਈ ਵਿਰਲਾ ਵਿਰਲਾ ਕਰਦਾ ਹੈ, ਕਿਉਂਕਿ ਅਸੀਂ ਸਮੇਂ ਨੂੰ ਜਿੱਦਾਂ ਮਤਲਬ ਕਿ ਸਹਿਜ ਸੁਭਾਅ ਲੈ ਲੈਂਦੇ ਹਾਂ, ਇਹਦੀ ਕੋਈ ਕੀਮਤ ਨਹੀਂ ਸਮਝਦੇ। ਆਓ ਦੇਖੀਏ। ਹੁਣ ਉਹਨੇ ਦੱਸਿਆ, ਆਪਣਾ ਤਰਕ ਦਿੰਦਾ ਹੈ ਲਿਖਾਰੀ, ਕਹਿੰਦੇ ਮਨੀ ਵੰਸ ਲੋਸਟ ਕੈਨ ਬੀ ਰੀਗੇਨਡ। ਰੀਗੇਨ ਹੁੰਦਾ ਬੱਚਿਓ ਗੁਆਚੀ ਹੋਈ ਚੀਜ਼ ਨੂੰ ਵਾਪਸ ਲੈਣਾ। ਗੇਨ ਦਾ ਮਤਲਬ ਹੁੰਦਾ ਪ੍ਰਾਪਤ ਕਰਨਾ, ਹਾਸਿਲ ਕਰਨਾ। ਰੀਗੇਨ ਹੁੰਦਾ ਮੁੜ ਕੇ ਹਾਸਿਲ ਕਰਨਾ, ਅਰਥਾਤ ਜਿਹੜੀ ਚੀਜ਼ ਹੱਥੋਂ ਨਿਕਲ ਗਈ, ਗੁਆਚ ਗਈ, ਉਹ ਲੈਣੀ। ਸੋ ਮਨੀ ਵੰਸ ਲੋਸਟ ਕੈਨ ਬੀ ਰੀਗੇਨ ਦਾ ਮਤਲਬ ਹੈ ਇੱਕ ਵਾਰੀ ਗਵਾਇਆ ਪੈਸਾ ਮੁੜ ਹਾਸਿਲ ਕੀਤਾ ਜਾ ਸਕਦਾ ਹੈ।
ਮੰਨ ਲਓ ਮੈਂ ਕਿਸੇ ਸਕੀਮ 'ਚ ਪੈਸੇ ਲਾਏ, ਗਵਾ ਹੋ ਗਏ, ਮੈਂ ਮੁੜ ਕੇ ਫੇਰ ਕਮਾਈ ਕਰਕੇ, ਓਵਰ ਟਾਈਮ ਲਾ ਕੇ, ਮਿਹਨਤ ਕਰਕੇ, ਐਤਵਾਰ ਨੂੰ ਵੀ ਕੰਮ ਕਰਕੇ, ਸ਼ਨੀਚਰਵਾਰ ਨੂੰ ਕੰਮ ਕਰਕੇ ਉਹ ਘਾਟਾ ਪੂਰਾ ਕਰ ਸਕਦਾ ਹਾਂ। ਇੱਕ ਸਕੀਮ 'ਚ ਪੈਸੇ ਲੂਜ਼ ਹੋਏ ਤੇ ਮੈਂ ਦੂਜੀ ਸਕੀਮ ਚੰਗੀ 'ਚ ਪਾ ਕੇ ਆਪਣੇ ਪੈਸੇ ਬਣਾ ਸਕਦਾ। ਮੇਰੀ ਜੇਬ ਕੱਟੀ ਗਈ ਜਾਂ ਮੇਰਾ ਹੋਰ ਕੋਈ ਲਾਸ ਹੋ ਗਿਆ ਤੇ ਮੈਂ ਮੁੜ ਕੇ ਕੰਮ ਕਰਕੇ ਉਹਨੂੰ ਵਾਪਸ ਲੈ ਸਕਦਾ ਪੈਸੇ ਨੂੰ। ਪਰ ਫਿਰ ਅੱਗੇ ਕਹਿੰਦੇ ਟਾਈਮ ਵਨਸ ਲੋਸਟ ਇਜ਼ ਲੋਸਟ ਫॉर ਐਵਰ। ਫॉर ਐਵਰ ਦਾ ਮਤਲਬ ਹੁੰਦਾ ਸਦਾ ਲਈ, ਪਰ ਇੱਕ ਵਾਰੀ ਗਵਾਇਆ ਸਮਾਂ ਸਦਾ ਲਈ ਗਵਾਚ ਜਾਂਦਾ ਹੈ। ਇਹ ਤੇ ਬੱਚੇ ਸਭ ਨੂੰ ਪਤਾ ਹੈ। ਜਿਹੜਾ ਸਮਾਂ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੂ ਪਾਣੀ। ਗੁਰਬਾਣੀ ਚ ਗੁਰੂ ਸਾਹਿਬ ਨੇ ਲਿਖਿਆ ਹੈ ਛਿਨ ਛਿਨ ਔਦ ਬਿਹਾਤ ਹੈ। ਔਦ ਮੈਨੇ ਉਮਰ, ਛਿਨ ਛਿਨ ਇੱਕ ਇੱਕ ਸਕਿੰਟ ਕਰਕੇ ਉਮਰ ਜਿਹੜੀ ਹੈ ਬਿਹਾਤ ਹੈ, ਬੀਤਦੀ ਪਈ ਹੈ। ਫੂਟੇ ਘਟ ਜੂ ਪਾਣੀ, ਜਿਵੇਂ ਤਿੜਕੇ ਹੋਏ ਘੜੇ ਵਿੱਚੋਂ ਪਾਣੀ ਚੋ ਚੋ ਕੇ ਡਿੱਗਦਾ ਰਹਿੰਦਾ ਹੈ, ਇਸ ਤਰ੍ਹਾਂ ਸਾਡੇ ਸਵਾਸ ਘਟਦੇ ਪਏ ਨੇ, ਤਾਂ ਸਮਾਂ ਜਾ ਰਿਹਾ। ਸੋ ਟਾਈਮ ਐਂਡ ਟਾਈਡ, ਟਾਈਡ ਦਾ ਮਤਲਬ ਹੁੰਦਾ ਬੱਚਿਓ ਜਵਾਰ ਭਾਟਾ, ਜਾਂ ਅਸੀਂ ਇਹਨੂੰ ਕਹਿ ਸਕਦੇ ਹਾਂ ਵਹਾਅ, ਪਾਣੀ ਦਾ ਵਹਾਅ, ਉੱਤੇ ਨੂੰ ਆਇਆ ਥੱਲੇ ਨੂੰ ਆਇਆ, ਠੀਕ ਹੈ ਨਾ। ਸੋ ਟਾਈਮ ਐਂਡ ਟਾਈਡ ਵੇਟ ਫॉर ਨਨ, ਸਮਾਂ ਅਤੇ ਵਹਾਅ ਕਿਸੇ ਦੀ ਉਡੀਕ ਨਹੀਂ ਕਰਦੇ। ਜਦੋਂ ਟਾਈਡ ਨੇ ਆਉਣਾ ਹੈ, ਜਵਾਰ ਭਾਟੇ ਨੇ ਆਉਣਾ ਹੈ, ਪਾਣੀ ਦੀ ਜਿਹੜੀ ਡੂੰਘਾਈ ਹੈ ਉਹਨੇ ਨੀਵਾਂ ਹੋਣਾ ਹੈ, ਉੱਚਾ ਹੋਣਾ ਹੈ, ਸਮੁੰਦਰ ਦੇ ਵਿੱਚ, ਨਦੀ ਦੇ ਵਿੱਚ, ਉਹ ਆਪਣੇ ਹਿਸਾਬ ਨਾਲ ਹੋਣਾ ਹੈ। ਜਿੱਦਾਂ ਵੀ ਚੰਦ ਦੀ ਪੋਜੀਸ਼ਨ ਹੈਗੀ ਹੈ, ਸੂਰਜ ਦੀ ਪੋਜੀਸ਼ਨ ਹੈਗੀ ਹੈ, ਜਿਹੜੇ ਬੱਚੇ ਥੋੜਾ ਜਾਣਦੇ ਨੇ, ਟਾਈਡ ਹੈਗੇ ਨੇ, ਇਹ ਜਿਹੜਾ ਸੂਰਜ ਹੋਰ ਚੰਦ ਦੇ ਹੋਰ ਧਰਤੀ ਦੇ ਵਿਚਲੀ ਜਿਹੜੀ ਗੁਰਤਾ ਸ਼ਕਤੀ ਹੈ, ਜਿਹਨੂੰ ਕਹਿੰਦੇ ਫੋਰਸ ਆਫ ਗ੍ਰੈਵਿਟੀ, ਉਹਦੇ ਕਰਕੇ ਇਹ ਟਾਈਡ ਹੁੰਦੇ ਨੇ, ਠੀਕ ਹੈ ਨਾ। ਸੋ ਕਹਿੰਦੇ ਸਮਾਂ ਐਂਡ ਟਾਈਡ, ਟਾਈਮ ਐਂਡ ਟਾਈਡ ਵੇਟ ਫॉर ਨਨ, ਇਹ ਕਹਿਣ ਦਾ ਮਤਲਬ ਹੈ ਕਿ ਸਮਾਂ ਅਤੇ ਵਹਾਅ ਕਿਸੇ ਦੀ ਉਡੀਕ ਨਹੀਂ ਕਰਦੇ, ਇਸ ਕਰਕੇ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ। ਇਫ ਯੂ ਡੂ ਨਾਟ ਮੇਕ ਦੀ ਬੈਸਟ ਯੂਜ਼ ਆਫ ਟਾਈਮ, ਬੈਸਟ ਯੂਜ਼ ਆਫ ਟਾਈਮ ਮੈਨੇ ਕੀ ਹੁੰਦਾ ਵੀ ਢੁਕਵਾਂ, ਢੁਕਵੀਂ ਵਰਤੋਂ, ਸਭ ਤੋਂ ਵੱਧ ਵਧੀਆ ਵਰਤੋਂ। ਜੇ ਤੁਸੀਂ ਸਮੇਂ ਦੀ ਢੁਕਵੀਂ ਵਰਤੋਂ ਨਹੀਂ ਕਰਦੇ, ਹੁਣ ਢੁਕਵੀਂ ਵਰਤੋਂ ਬਾਰੇ ਵੀ ਗੁਰੂ ਸਾਹਿਬ ਨੇ ਬੜਾ ਸਾਨੂੰ ਸੁਚੇਤ ਕੀਤਾ ਹੈ। ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦਾ ਬਚਨ ਹੈ, ਕਹਿੰਦੇ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਰਾਤ ਸੌਂ ਕੇ ਗਵਾਤੀ, ਦਿਨ ਖਾ ਪੀ ਕੇ ਗਵਾਤਾ, ਤੇ ਹੀਰੇ ਵਰਗਾ ਮਨੁੱਖਾ ਜਨਮ ਸੀ, ਉਹ ਅਸੀਂ ਕੌਡੀਆਂ ਦੇ ਭਾਅ ਲੁਟਾ ਦਿੱਤਾ। ਕੋਈ ਸੰਗਤ ਨਹੀਂ ਕੀਤੀ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਕੋਈ ਕਿਰਤਕਾਰ ਨਹੀਂ ਕੀਤਾ, ਕੋਈ ਕਲਾ ਨਹੀਂ ਸਿੱਖੀ, ਕੋਈ ਹੁਨਰ ਨਹੀਂ ਸਿੱਖਿਆ, ਗੱਪਾਂ ਵਿੱਚ, ਨਿੰਦਾ ਚੁਗਲੀ ਵਿੱਚ ਜਾਂ ਫਾਲਤੂ ਦੇ ਕੰਮਾਂ ਵਿੱਚ ਸਮਾਂ ਅਸੀਂ ਬਿਤਾ ਦਿੰਦੇ ਹਾਂ। ਸੋ ਕਹਿੰਦੇ ਜੇ ਅਸੀਂ ਸਮੇਂ ਦੀ ਢੁਕਵੀਂ ਵਰਤੋਂ ਨਹੀਂ ਕਰਦੇ, ਐਂਡ ਡੂ ਨਾਟ ਟੇਕ ਟਾਈਮ ਬਾਈ ਦੀ ਫੋਰਲੌਕ। ਹੁਣ ਫੋਰਲੌਕ ਕੀ ਹੁੰਦਾ ਬੱਚਾ, ਵੀ ਮੁਹਾਵਰਾ ਹੈ। ਟੂ ਟੇਕ ਟਾਈਮ ਬਾਈ ਫੋਰਲੌਕ ਹੁੰਦਾ ਹੈ ਸਮੇਂ ਨੂੰ ਸੰਭਾਲਣਾ, ਸਮੇਂ ਦੀ ਕਦਰ ਕਰਨੀ, ਸਮੇਂ ਦੀ ਢੁਕਵੀਂ ਵਰਤੋਂ ਕਰਨੀ। ਪਰ ਫੋਰਲੌਕ ਦਾ ਜੋ ਵੱਖਰੀ ਅਰਥ ਹੈ, ਫੋਰਲੌਕ ਹੁੰਦਾ ਹੈ ਮੱਥੇ ਦੇ ਉੱਤੇ ਆਈ ਵਾਲਾਂ ਦੀ ਲੱਟ, ਇਹਦਾ ਮਤਲਬ ਹੈ ਫੋਰਲੌਕ। ਫੋਰਲੌਕ, ਲੌਕ ਮੈਨੇ ਵਾਲਾਂ ਦੀ ਲੱਟ ਹੁੰਦੀ ਹੈ, ਤੇ ਫੋਰਲੌਕ ਮੱਥੇ ਦੇ ਉੱਤੇ ਵਾਲਾਂ ਦੀ ਲੱਟ, ਇਹਦਾ ਇਹ ਮਤਲਬ ਹੈ ਫੋਰਲੌਕ ਦਾ। ਪਰ ਟੂ ਟੇਕ ਟਾਈਮ ਬਾਈ ਦੀ ਫੋਰਲੌਕ ਦਾ ਮਤਲਬ ਹੁੰਦਾ ਵੇਲੇ ਨੂੰ ਸੰਭਾਲਣਾ, ਅਤੇ ਵੇਲਾ ਨਹੀਂ ਸੰਭਾਲਦੇ, ਯੂ ਆਰ ਡੈਸਟਾਈਨਡ, ਡੈਸਟਾਈਨਡ ਮੀਨ ਯੂ ਆਰ ਸਰਟਨ, ਇਹ ਗੱਲ ਯਕੀਨੀ ਹੈ, ਪੱਕੀ ਹੈ, ਟੂ ਬੀ ਡੂਮਡ, ਬਰਬਾਦੀ, ਤੁਹਾਡੀ ਬਰਬਾਦੀ ਯਕੀਨੀ ਹੈ ਜੇ ਤੁਸੀਂ ਕੀ ਨਹੀਂ ਕਰਦੇ। ਇਫ ਯੂ ਡੂ ਨਾਟ ਟੇਕ ਮੇਕ ਦੀ ਬੈਸਟ ਯੂਜ਼ ਆਫ ਟਾਈਮ, ਜੇ ਸਮੇਂ ਦੀ ਢੁਕਵੀਂ ਵਰਤੋਂ ਨਹੀਂ ਕਰਦੇ। ਇਹ ਉਮਰ ਬੱਚਿਓ ਪੜ੍ਹਨ ਦੀ ਹੈ, ਲਿਖਣ ਦੀ ਹੈ, ਸਿੱਖਿਆ ਪ੍ਰਾਪਤ ਕਰਨ ਦੀ ਹੈ। ਜੇ ਸਮਾਂ ਗੱਪਾਂ ਵਿੱਚ, ਸੌਂ ਕੇ, ਫੇਸਬੁੱਕ ਤੇ ਬੈਠ ਕੇ, ਵਟਸਐਪ ਤੇ ਸਮਾਂ ਬਿਤਾ ਕੇ, ਮੋਬਾਈਲ ਤੇ ਫਾਲਤੂ ਦੇ ਕੰਮਾਂ 'ਚ ਅਸੀਂ ਬਿਤਾਈ ਜਾਵਾਂਗੇ, ਤੇ ਸਮਾਂ ਤਾਂ ਲੰਘੀ ਜਾਏਗਾ, ਲੰਘੀ ਜਾਏਗਾ, ਲੰਘੀ ਜਾਏਗਾ। ਤੇ ਜਦੋਂ ਅਸੀਂ ਅੱਧ ਖੜ ਹੋ ਜਾਵਾਂਗੇ, ਜਦੋਂ 30-35 ਦੇ ਹੋ ਜਾਵਾਂਗੇ, ਜਦੋਂ ਜ਼ਿੰਮੇਵਾਰੀਆਂ ਪੈਣਗੀਆਂ, ਫਿਰ ਉਹ ਪਿਛਲੇ ਦਿਨ ਯਾਦ ਆਉਣਗੇ ਤੇ ਕਵਾਂਗੇ ਓਹੋ ਸਮਾਂ ਬੜਾ ਉਦੋਂ ਕੀਮਤੀ ਸੀਗਾ, ਇਹ ਸਿੱਖ ਲੈਂਦੇ ਤੇ ਚੰਗਾ ਰਹਿਣਾ ਸੀ, ਇਹ ਸਿੱਖ ਲੈਂਦੇ ਤੇ ਚੰਗਾ ਰਹਿਣਾ ਸੀ। ਸੋ ਕਹਿੰਦੇ ਯੂ ਆਰ ਡੈਸਟਾਈਨਡ ਟੂ ਬੀ ਡੂਮਡ, ਅਰਥਾਤ ਯੂ ਆਰ ਸਰਟਨ ਟੂ ਬੀ ਡੂਮਡ, ਤੁਹਾਡੀ ਬਰਬਾਦੀ ਯਕੀਨੀ ਹੈ ਜੇ ਤੁਸੀਂ ਵੇਲਾ ਨਹੀਂ ਸੰਭਾਲਦੇ। ਸੋ ਅੱਗੇ ਵੀ ਕਹਿੰਦੇ ਸ਼ੇਕਸਪੀਅਰ, ਸ਼ੇਕਸਪੀਅਰ ਬੱਚੋ ਬੜਾ ਮਸ਼ਹੂਰ ਅੰਗਰੇਜ਼ੀ ਦਾ ਸਾਹਿਤਕਾਰ ਹੈਗਾ, ਠੀਕ ਹੈ। ਦੀ ਡੋਇਨ, ਡੋਇਨ ਦਾ ਮਤਲਬ ਹੈ ਪਿਤਾਮਾ, ਅਰਥਾਤ ਕਿਸੇ ਸੰਸਥਾ ਦਾ ਜਾਂ ਕਿਸੇ ਸਮਾਜ ਦਾ ਜਾਂ ਕਿਸੇ ਖੇਤਰ ਦਾ ਜਿਹੜਾ ਬੰਦਾ ਬਹੁਤ ਮੰਨਿਆ ਪਰਮੰਨਿਆ ਹੋਵੇ, ਧੁਰੰਧਰ ਹੋਵੇ, ਬੜਾ ਵਿਦਵਾਨ, ਲੋਕੀ ਉਹਨੂੰ ਮਤਲਬ ਕਿ ਮੰਨਦੇ ਹੋਣ ਕਿ ਇਹ ਕੋਈ ਚੀਜ਼ ਹੈ, ਹਨਾ। ਸ਼ੇਕਸਪੀਅਰ ਦੀ ਡੋਇਨ ਆਫ ਇੰਗਲਿਸ਼ ਲਿਟਰੇਚਰ, ਮਤਲਬ ਕਿ ਅੰਗਰੇਜ਼ੀ ਸਾਹਿਤ ਦਾ ਪਿਤਾਮਾ, ਰੋਟ, ਉਹਨੇ ਲਿਖਿਆ ਹੈ। ਅੰਗਰੇਜ਼ੀ ਸਾਹਿਤ ਦੇ ਪਿਤਾਮਾ ਸ਼ੇਕਸਪੀਅਰ ਨੇ ਲਿਖਿਆ ਹੈ। ਕੀ ਲਿਖਿਆ? ਕਹਿੰਦਾ ਦੇयर ਇਜ਼ ਅ ਟਾਈਡ ਇਨ ਦੀ ਅਫੇਅਰਸ ਆਫ ਮੈਨ, ਅਰਥਾਤ ਬੰਦਿਆਂ ਦੇ ਹਾਲਾਤਾਂ ਵਿੱਚ ਗੇੜ ਆਉਂਦਾ ਹੈ। ਇੱਥੇ ਟਾਈਡ ਦਾ ਮਤਲਬ ਗੇੜ, ਕਿਉਂਕਿ ਟਾਈਡ ਵੀ ਗੇੜ ਹੀ ਹੈ ਨਾ, ਪਾਣੀ ਉੱਤੇ ਆਇਆ ਥੱਲੇ ਆਇਆ, ਉੱਤੇ ਆਇਆ ਥੱਲੇ ਆਇਆ। ਉਹ ਕਹਿਣ ਦਾ ਮਤਲਬ ਹੈ ਕਿ ਸਮੇਂ ਦੇ ਉਤਰਾਅ ਚੜਾਅ ਦੇ ਵਿੱਚ ਇੱਕ ਇਹੋ ਜਿਹਾ ਵੇਲਾ ਆਉਂਦਾ ਹੈ, ਇੱਕ ਗੇੜ ਆਉਂਦਾ ਹੈ, ਵਿੱਚ ਜਿਹੜਾ ਟੇਕਨ ਐਟ ਦੀ ਫਲੱਡ, ਜਦੋਂ ਪਾਣੀ ਉੱਚਾ ਹੋਵੇ ਉਸ ਵੇਲੇ ਉਹਦਾ ਦਾਅ ਲਾ ਲਿਆ, ਜਿੱਦਾਂ ਪਾਣੀ ਉੱਚਾ ਆਇਆ
ਤੇ ਬੇੜੀ ਪਾਈ ਤੇ ਨਿਕਲ ਗਏ। ਫਿਰ ਜੇ ਤੇ ਪਾਣੀ ਰੁੜ ਗਿਆ ਤੇ ਫਿਰ ਉਹ ਉੱਥੇ ਬੇੜੀ ਨਹੀਂ ਪੈ ਸਕਦੀ, ਉਹ ਥੱਲੇ ਨੂੰ ਟੱਚ ਕਰ ਜਾਏਗੀ। ਸੋ ਕਹਿਣ ਦਾ ਮਤਲਬ ਹੈਗਾ ਟੇਕਨ ਐਟ ਦੀ ਫਲੱਡ, ਸਮੇਂ ਸਿਰ ਫੜਿਆ ਜਾਵੇ। ਅਰਥਾਤ ਜੇ ਮੌਕਾ ਸੰਭਾਲ ਲਿਆ ਜਾਵੇ, ਉਹ ਜਿਹੜਾ ਜ਼ਿੰਦਗੀ 'ਚ ਮੌਕਾ ਆਉਂਦਾ ਹੈ ਉਹਨੂੰ ਹੱਥੋਂ ਨਾ ਜਾਣ ਦਿੱਤਾ ਜਾਵੇ, ਤੇ ਫਿਰ ਕੀ ਹੁੰਦਾ ਹੈ, ਲੀਡਸ ਔਨ ਟੂ ਫੋਰਚੂਨ, ਤੇ ਕਿਸਮਤ ਬਦਲ ਦਿੰਦਾ ਹੈ। ਅਰਥਾਤ ਬੰਦਿਆਂ ਦੇ ਹਾਲਾਤਾਂ ਵਿੱਚ ਗੇੜਾ ਆਉਂਦਾ ਹੈ ਜਿਹੜਾ ਜੇ ਸਮੇਂ ਸਿਰ ਫੜ ਲਿਆ ਜਾਵੇ। ਇਹਦਾ ਉਹ ਕਹਿਣ ਦਾ ਮਤਲਬ ਹੈ ਕਿ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਕਦੀ ਕਦੀ ਕਿਹੋ ਜਿਹਾ ਮੌਕਾ ਆਉਂਦਾ ਹੈ, ਤੇ ਜੇ ਬੰਦਾ ਉਹਦੇ ਬਾਰੇ ਸੁਚੇਤ ਰਵੇ, ਚੌਕੰਨਾ ਰਵੇ, ਸਾਵਧਾਨ ਰਵੇ ਤੇ ਉਹਨੂੰ ਫੜ ਲਵੇ, ਮੌਕੇ ਨੂੰ ਹੱਥੋਂ ਨਾ ਜਾਣ ਦੇਵੇ, ਤੇ ਫਿਰ ਉਹ ਜਿਹੜਾ ਉਹਦਾ ਫੈਸਲਾ ਹੁੰਦਾ ਹੈ ਉਹਦੀ ਕਿਸਮਤ ਨੂੰ ਬਦਲਣ ਦਾ ਸਬਬ ਬਣਦਾ ਹੈ। ਠੀਕ ਹੈ, ਫੋਰਚੂਨ ਹੁੰਦਾ ਬੱਚਿਓ ਚੰਗੀ ਕਿਸਮਤ, ਖੁਸ਼ਹਾਲੀ, ਖੁਸ਼ੀ। ਜੇ ਕਿਸੇ ਚੀਜ਼ ਦੀ ਕੋਈ ਤੋਟ ਨਾ ਰਹਿ ਜਾਵੇ, ਅਸੀਂ ਉਹਨੂੰ ਕਹਿ ਦਿੰਦੇ ਹਾਂ ਫੋਰਚੂਨ। ਠੀਕ ਹੈ, ਓਮਿਟਡ ਹੁੰਦਾ ਬੱਚਿਓ ਛੱਡ ਦੇਣਾ, ਨਜ਼ਰ ਅੰਦਾਜ਼ ਕਰ ਦੇਣਾ, ਖੁੰਝਾ ਦੇਣਾ। ਪਰ ਕਹਿੰਦੇ ਜੀ ਉਹ ਗੇੜਾ ਜਿਹੜਾ ਹੱਥ ਮੌਕਾ ਆਇਆ ਸੀ ਉਹਨੂੰ ਜੇ ਖੁੰਝਾ ਦੇ ਦਿੱਤਾ ਜਾਵੇ, ਛੱਡਿਆ। ਆਲ ਦੀ ਵੋਇਜ, ਵੋਇਜ ਹੁੰਦਾ ਬੱਚਿਓ ਸਮੁੰਦਰੀ ਸਫ਼ਰ ਨੂੰ ਕਿਹਾ ਜਾਂਦਾ ਹੈ ਵੋਇਜ। ਠੀਕ ਹੈ, ਜਿੱਦਾਂ ਜਰਨੀ, ਵੋਇਜ ਆਫ देयर ਲਾਈਫ, ਅਰਥਾਤ ਜ਼ਿੰਦਗੀ ਦਾ ਸਫ਼ਰ ਇਜ਼ ਬਾਉਂਡ, ਬੱਝਿਆ ਜਾਂਦਾ ਹੈ ਕਿਹਦੇ ਵਿੱਚ, ਇਨ ਸ਼ੈਲੋਜ਼। ਸ਼ੈਲੋਜ਼ ਹੁੰਦਾ ਬੱਚਿਓ ਜਿੱਥੇ ਜੀਵਨ ਦੀ ਕੋਈ ਡੂੰਘਾਈ ਨਹੀਂ ਹੈਗੀ, ਓਛਾਪਨ। ਜਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਖਾ ਲਿਆ ਪੀ ਲਿਆ ਸੌਂ ਲਿਆ, ਜਿੱਦਾਂ ਜਾਨਵਰ ਜ਼ਿੰਦਗੀ ਗੁਜ਼ਾਰਦੇ ਨੇ, ਉਹ ਅਸੀਂ ਉਹਨੂੰ ਕਹਿ ਦਿੰਦੇ ਹਾਂ ਸ਼ੈਲੋਜ਼, ਜਿਹਦੇ ਵਿੱਚ ਮਨੁੱਖ ਦੀ ਕੋਈ ਘਾੜਤ ਨਹੀਂ ਘੜੀ ਜਾਵੇ, ਕੋਈ ਉਹਦੀ ਬੁੱਧੀ ਦਾ ਵਿਕਾਸ ਨਾ ਹੋਵੇ, ਉਹ ਕੋਈ ਗੈਰ ਗੰਭੀਰ ਗੱਲਾਂ ਕਰਨ ਜੋਗਾ ਨਾ ਰਵੇ। ਤੇ ਐਂਡ ਇਨ ਮਾਈਜ਼ਰੀਜ਼, ਮਾਈਜ਼ਰੀਜ਼ ਹੁੰਦੀ ਬੱਚਾ ਦੁਰਦਸ਼ਾ, ਦੁਰਗਤੀ। ਕਹਿੰਦੇ ਛੱਡਿਆਂ, ਤੇ ਜੋ ਮੌਕਾ ਗਵਾ ਦਿੱਤਾ ਹੱਥੋਂ ਦੀ, ਉਹਨਾਂ ਦੀ ਜ਼ਿੰਦਗੀ ਦਾ ਸਾਰਾ ਸਫ਼ਰ ਹੋਛੇਪਨ ਅਤੇ ਦੁਰਦਸ਼ਾ 'ਚ ਵੱਜ ਜਾਂਦਾ ਹੈ, ਇਸ ਬਾਉਂਡ। ਅਰਥਾਤ ਉਹਨਾਂ ਦੀ ਸਾਰੀ ਜ਼ਿੰਦਗੀ ਫਿਰ ਹੋਛੇਪਨ ਵਿੱਚ ਅਤੇ ਦੁਸ਼ਵਾਰੀਆਂ ਵਿੱਚ ਹੀ ਬੀਤਦੀ ਹੈ। ਸੋ ਇਸ ਕਰਕੇ ਸਮੇਂ ਦੇ ਗੇੜ ਨੂੰ ਸਮਝਣਾ, ਸਮੇਂ ਦੀ ਜਿਹੜੀ ਸੁਵਰਤੋਂ ਕਰਨੀ, ਚੰਗੀ ਵਰਤੋਂ ਕਰਨੀ, ਉਸਾਰੂ ਵਰਤੋਂ ਕਰਨੀ ਬਹੁਤ ਹੀ ਜ਼ਰੂਰੀ ਹੈ। ਆਓ ਅੱਗੇ ਦੇਖੀਏ ਹੋਰ। ਬੜਾ ਵਧੀਆ ਲੈਸਨ ਹੈ ਬੱਚੇ, ਬੜਾ ਪ੍ਰੇਰਨਾਦਾਇਕ ਲੈਸਨ ਹੈਗਾ। ਤੇ ਆਓ ਦੇਖੀਏ, ਕਹਿੰਦੇ ਡਿਊਰਿੰਗ ਦੀ ਟਫ ਕੋਰਸ ਮੈਨੇ ਬੱਚੇ ਹੁੰਦਾ ਹੈ ਮਤਲਬ ਕਿ ਸਫ਼ਰ ਹੀ ਹੁੰਦਾ ਹੈ ਵੀ ਕਿਸਮ ਦਾ ਕੋਰਸ। ਇੱਕ ਤੇ ਕੋਰਸ ਹੁੰਦਾ ਜੋ ਸਿਲੇਬਸ ਪੜ੍ਹਦੇ ਹਾਂ ਕਰਦੇ ਹਾਂ ਕੋਰਸ, ਹੈ ਨਾ, ਉਹਨੂੰ ਕੋਰਸ ਵੀ ਕਹਿੰਦੇ ਹਾਂ। ਇੱਕ ਕੋਰਸ ਹੁੰਦਾ ਯਾਤਰਾ ਵੀ ਹੁੰਦੀ ਹੈ, ਸਫ਼ਰ ਵੀ ਹੁੰਦਾ ਹੈ। ਟਫ ਕੋਰਸ ਮੈਨੇ ਬਿਕਮ, ਔਖਾ, ਆਫ ਦੀ ਜਰਨੀ ਆਫ ਲਾਈਫ, ਮਤਲਬ ਕਿ ਜ਼ਿੰਦਗੀ ਦੇ ਸਫ਼ਰ ਦੇ ਬਿਖਮ ਪੈਂਡੇ ਦੌਰਾਨ ਜੋ ਜਰਨੀ ਹੈ, ਉਹਦਾ ਜੋ ਰਸਤਾ ਹੈ, ਉਹਨੂੰ ਕਹਿੰਦੇ ਨੇ ਕੋਰਸ। ਜਿੱਦਾਂ ਅਸੀਂ ਇਹ ਕੋਰਸ ਬੱਚੇ ਸ਼ਿਪ ਦੇ ਉੱਤੇ ਵੀ ਵਰਤਦੇ ਹਾਂ। ਜਿੱਦਾਂ ਮੈਂ ਕਹਿੰਦਾ ਡਰਾਅ ਯੂਰ ਕੋਰਸ, ਵੀ ਅਸੀਂ ਨਾਰਥ ਗਏ, ਫਿਰ ਨਾਰਥ ਈਸਟ ਗਏ, ਮੈਂ ਸ਼ਿਪ ਤੇ ਕੰਮ ਕੀਤਾ, ਤੇ ਅਸੀਂ ਚਾਰਟਸ ਦੇ ਉੱਤੇ ਲਾਈਨਾਂ ਡਰਾਅ ਕਰਦੇ ਹਾਂ ਵੀ ਜਹਾਜ਼ ਸਾਡਾ ਇਸ ਦਿਸ਼ਾ ਵਿੱਚ ਇੰਨੇ ਮੀਲ ਜਾਏਗਾ, ਫਿਰ ਇੰਨੇ ਮੀਲ ਜਾ ਕੇ ਅਸੀਂ ਇਸ ਦਿਸ਼ਾ ਵਿੱਚ ਮੁੜਾਂਗੇ, ਫਿਰ ਇੰਨੇ ਮੀਲ ਜਾਵਾਂਗੇ, ਫਿਰ ਅਸੀਂ ਇਸ ਦਿਸ਼ਾ ਵਿੱਚ ਇੰਨੇ ਮੀਲ ਜਾਵਾਂਗੇ। ਤੇ ਉਹਨੂੰ ਅਸੀਂ ਕਹਿੰਦੇ ਹਾਂ ਜੋ ਇੱਕ ਮਤਲਬ ਕਿ ਸਫ਼ਰ ਦਾ ਜੋ ਇੱਕ ਟੁਕੜਾ ਹੁੰਦਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਕੋਰਸ। ਸੋ ਕਹਿੰਦੇ ਜ਼ਿੰਦਗੀ ਦੇ ਸਫ਼ਰ ਦੇ ਬਿਖਮ ਪੈਂਡੇ ਦੌਰਾਨ, ਰੇਅਰਲੀ ਹੁੰਦਾ ਬੱਚੋ ਕਦੇ ਕਦੇ, ਜਿਹੜੀ ਗੱਲ ਆਮ ਨਾ ਹੋਵੇ, ਕਦੇ ਕਦੇ ਹੋਵੇ। ਕਮਸ ਦੀ ਟਾਈਮ, ਕਦੇ ਕਦੇ ਇੱਕ ਸਮਾਂ ਆਉਂਦਾ ਹੈ, ਵਿਚ ਕੈਨ ਮੇਕ ਔਰ ਮਾਰ। ਮੇਕ ਹੁੰਦਾ ਸਵਾਰਨਾ, ਬਣਾਉਣਾ, ਮਾਰ ਹੁੰਦਾ ਬੱਚੋ ਵਿਗਾੜਨਾ, ਸਤਿਆਨਾਸ਼ ਕਰ ਦੇਣਾ। ਅ ਪਰਸਨਸ ਹੋਲ ਫਿਊਚਰ, ਬੰਦੇ ਦਾ ਸਾਰਾ ਭਵਿੱਖ। ਅਰਥਾਤ ਉਹ ਸਮਾਂ ਕਦੇ ਕਦੇ ਆਉਂਦਾ ਹੈ ਜਿਹੜਾ ਮਨੁੱਖ ਦੇ ਸਾਰੇ ਭਵਿੱਖ ਨੂੰ ਸਵਾਰ ਜਾਂ ਵਿਗਾੜ ਸਕਦਾ ਹੈ। ਇੱਕ ਘੜੀ, ਇੱਕ ਐਸਾ ਮੌਕਾ ਆਉਂਦਾ ਹੈ, ਉਸ ਵੇਲੇ ਲਿਆ ਹੋਇਆ ਫੈਸਲਾ ਉਹ ਅਗਲਾ ਜਿਹੜਾ ਸਾਡਾ ਭਵਿੱਖ ਹੈ ਆਉਣ ਵਾਲਾ, ਉਸ ਦਾ ਉਹ ਫੈਸਲਾ ਕਰਦਾ ਹੈ। ਕਹਿੰਦੇ ਸੱਚ ਆ ਪ੍ਰੈਸ਼ੀਅਸ ਹੁੰਦਾ ਕੀਮਤੀ, ਮੋਮੈਂਟ ਮੈਨੇ ਲਮਹਾ, ਪਲ, ਮਸਟ ਨਾਟ ਬੀ ਅਲਾਉਡ, ਇਜਾਜ਼ਤ ਨਹੀਂ ਦੇਣੀ ਚਾਹੀਦੀ ਉਹਨੂੰ, ਕਰੀ ਟੂ ਗੋ ਅਨਨੋਟਿਸਡ, ਸਾਡੇ ਧਿਆਨ ਚੋਂ ਨਿਕਲ ਜਾਏ, ਅਰਥਾਤ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ। ਇਹੋ ਜਿਹਾ ਕੀਮਤੀ ਪਲ ਧਿਆਨ ਤੋਂ ਲਾਂਭੇ ਨਹੀਂ ਜਾਣ ਦੇਣਾ ਚਾਹੀਦਾ। ਤੇ ਇਹ ਨਾ ਹੋਏ ਸਾਡੇ ਧਿਆਨ 'ਚ, ਉਹ ਮੈਨੂੰ ਤੇ ਪਤਾ ਨਹੀਂ ਲੱਗਿਆ ਯਾਰ, ਇੰਨੀ ਵਧੀਆ ਇੰਟਰਵਿਊ ਦਾ ਮੌਕਾ ਆਇਆ ਸੀ, ਇੰਨਾ ਵਧੀਆ ਕੋਰਸ ਸੀਗਾ, ਉੱਥੇ ਮੈਨੂੰ ਐਡਮਿਸ਼ਨ ਮਿਲ ਜਾਣੀ ਸੀਗੀ, ਉਹ ਬੜੀ ਵਧੀਆ ਨੌਕਰੀ ਅਸਾਮੀ ਆਈ ਸੀ, ਮੈਂ ਤੇ ਫਾਰਮ ਭਰਨਾ ਹੀ ਭੁੱਲ ਗਿਆ, ਮੈਂ ਤੇ ਅਖਬਾਰ ਦੇਖੀ ਨਹੀਂ, ਅਖਬਾਰ 'ਚ ਇਸ਼ਤਿਹਾਰ ਆਇਆ ਸੀਗਾ। ਸੋ ਇਹ ਗੱਲਾਂ ਬੜੀਆਂ, ਇਹ ਜਿਹੜੀਆਂ ਸਾਡੀਆਂ ਅਵੇਸਲਾਪਨ ਹੁੰਦਾ ਹੈ, ਤਾਂ ਸਾਡੀ ਦੁਸ਼ਵਾਰੀ ਦਾ ਕਾਰਨ ਬਣਦਾ ਹੈ। ਸੋ ਕਹਿੰਦੇ ਇਹੋ ਜਿਹਾ ਕੀਮਤੀ ਪਲ ਧਿਆਨ ਤੋਂ ਲਾਂਭੇ ਨਹੀਂ ਜਾਣ ਦੇਣਾ ਚਾਹੀਦਾ, ਅਰਥਾਤ ਹੱਥੋਂ ਦੀ ਨਹੀਂ ਜਾਣਾ ਚਾਹੀਦਾ। ਵਨ ਮਸਟ ਐਕਟ ਇਨ ਟਾਈਮ ਬਿਫੋਰ ਇਟ ਇਜ਼ ਟੂ ਲੇਟ, ਬਹੁਤੀ ਦੇਰੀ ਹੋ ਜਾਣ ਤੋਂ ਪਹਿਲੇ ਸਮੇਂ ਸਿਰ ਕਦਮ ਪੁੱਟ ਲੈਣਾ ਚਾਹੀਦਾ ਹੈ। ਇਹਨੂੰ ਅਸੀਂ ਕਿਵੇਂ ਕਵਾਂਗੇ ਪੰਜਾਬੀ 'ਚ, ਇਸ ਤੋਂ ਪਹਿਲਾਂ ਕਿ ਕੁਵੇਲਾ ਹੋ ਜਾਏ। ਸਮੇਂ ਸਿਰ
ਕਦਮ ਪੁੱਟਣਾ ਚਾਹੀਦਾ ਹੈ। ਯੱਕੋ ਤੱਕੀ ਵਿੱਚ ਨਹੀਂ ਰਹਿਣਾ ਚਾਹੀਦਾ, ਛੱਛੋ ਪੰਜ ਵਿੱਚ ਨਹੀਂ ਰਹਿਣਾ ਚਾਹੀਦਾ, ਭੰਬਲ ਭੂਸਾ ਛੱਡ ਦੇਣਾ ਚਾਹੀਦਾ ਹੈ, ਦੁਬਿਧਾ ਵਿੱਚ ਦੁਚਿੱਤੀ ਵਿੱਚ ਨਹੀਂ ਰਹਿਣਾ ਚਾਹੀਦਾ। ਸੋ ਸਾਰੀ ਜਾਣਕਾਰੀ ਹਾਸਿਲ ਕਰਕੇ, ਤੱਥ ਹਾਸਿਲ ਕਰਕੇ, ਸੱਚਾਈ ਹਾਸਿਲ ਕਰਕੇ ਤੇ ਕਿਸੇ ਸਿਆਣੇ ਦੀ ਸਲਾਹ ਲੈ ਕੇ ਦਿਮਾਗ ਦੀ ਵਰਤੋਂ ਕਰਕੇ ਫੈਸਲਾ ਕਰਨਾ ਚਾਹੀਦਾ ਹੈ। ਅੱਗੇ ਫਿਰ ਕਹਿੰਦੇ ਦਿਸ ਕੈਨ ਬੀ ਪੋਸੀਬਲ। ਹੁਣ ਉਹਨੇ ਕਿਹਾ ਤੇ ਕਹਿ ਤੇ ਦਿੱਤਾ ਲਿਖਾਰੀ ਨੇ ਵੀ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ, ਪਰ ਕਹਿੰਦੇ ਵੀ ਇਹ ਕਿੱਦਾਂ ਹੋਏਗਾ। ਕਹਿੰਦੇ ਦਿਸ ਕੈਨ ਬੀ ਪੋਸੀਬਲ ਓਨਲੀ ਇਫ ਵੀ ਆਰ ਅਲਾਈਵ। ਅਲਾਈਵ ਮੈਨੇ ਸੁਚੇਤ, ਸਾਡੀ ਚੇਤਨਾ ਜਾਗਦੀ ਹੋਵੇ। ਉਹ ਬੰਦਾ ਨਹੀਂ ਕਿ ਅੱਖਾਂ ਖੁੱਲੀਆਂ ਤੇ ਫਿਰ ਵੀ ਐਕਸੀਡੈਂਟ ਹੋ ਜਾਂਦਾ, ਵੀ ਧਿਆਨ ਕਿਤੇ ਹੋਰ ਹੁੰਦਾ ਹਨਾ। ਐਂਡ ਅਲਰਟ, ਅਲਰਟ ਮੈਨੇ ਚੌਕਸ, ਚੁਕੰਨੇ, ਸਾਵਧਾਨ। ਟੂ ਦੀ ਇੰਪੋਰਟੈਂਸ ਆਫ ਐਵਰੀ ਸਿੰਗਲ ਸੈਕਿੰਡ, ਹਰ ਇੱਕ ਕੱਲੇ ਕੱਲੇ ਸਕਿੰਟ ਬਾਰੇ ਇਨ ਅਵਰ ਲਾਈਫਸ। ਇਹਦਾ ਮਤਲਬ ਕੀ ਹੈ, ਇਹ ਸਿਰਫ ਉਦੋਂ ਹੀ ਮੁਮਕਿਨ ਹੋ ਸਕਦਾ ਹੈ। ਦਿਸ ਕੈਨ ਬੀ ਪੋਸੀਬਲ ਓਨਲੀ, ਇਹ ਸਿਰਫ ਉਦੋਂ ਹੀ ਮੁਮਕਿਨ ਹੋ ਸਕਦਾ ਹੈ ਜੇ ਅਸੀਂ ਆਪਣੇ ਜੀਵਨ ਦੇ ਇੱਕ ਇੱਕ ਸਕਿੰਟ ਦੀ ਅਹਿਮੀਅਤ, ਅਹਿਮੀਅਤ ਮੈਨੇ ਇੰਪੋਰਟੈਂਸ, ਮਹੱਤਤਾ ਬਾਰੇ ਸੁਚੇਤ, ਸੁਚੇਤ ਮੈਨੇ ਅਲਾਈਵ ਅਤੇ ਅਲਰਟ, ਚੌਕਸ ਹੋਈਏ। ਅਰਥਾਤ ਹਰ ਇੱਕ ਸਕਿੰਟ ਬਾਰੇ ਚੌਕਸ ਅਤੇ ਚੁਕੰਨੇ ਰਹਿਣਾ, ਉਹਦੀ ਕੀਮਤ ਨੂੰ ਸਮਝਣਾ। ਇਸ ਗੱਲ ਦੀ ਜੇ ਅਸੀਂ ਆਦਤ ਪਾਵਾਂਗੇ ਤਾਂ ਇਹ ਗੱਲ ਹੋਏਗੀ। ਤਾਂ ਫਿਰ ਅਸੀਂ ਉਸ ਮੌਕੇ ਨੂੰ, ਸਮੇਂ ਨੂੰ ਪਛਾਣ ਸਕਾਂਗੇ ਵੀ ਇਹ ਸਮਾਂ ਸਾਡਾ ਇਹ ਫੈਸਲਾ ਮੰਗਦਾ ਹੈ। ਦੋਜ਼ ਹੂ ਵੇਸਟ ਟਾਈਮ, ਉਹ ਜਿਹੜੇ ਸਮੇਂ ਨੂੰ ਬਰਬਾਦ ਕਰਦੇ ਹਨ, ਐਂਡ ਲੈਟ ਇਟ ਪਾਸ ਅਨਨੋਟਿਸਡ, ਅਤੇ ਬੇਧਿਆਨੇ ਗਵਾ ਬੈਠਦੇ ਹਨ, ਕੋਈ ਧਿਆਨ ਨਹੀਂ ਦਿੰਦੇ। ਜਿਹੜੇ ਸਮਾਂ ਬਰਬਾਦ ਕਰਦੇ ਹਨ ਅਤੇ ਬੇਧਿਆਨੇ ਉਸ ਨੂੰ ਲੰਘ ਲੈਣ ਦਿੰਦੇ ਹਨ। ਦਿਨ ਚੜ੍ਹਿਆ, ਫੇਰ ਸੌਂ ਗਏ, ਖਾ ਲਿਆ ਪੀ ਲਿਆ, ਰਾਤ ਪੈ ਗਈ, ਫੇਰ ਅਗਲਾ ਦਿਨ ਚੜ੍ਹ ਗਿਆ, ਬਸ ਇੱਦਾਂ ਹੀ ਟਾਈਮ ਪਾਸ ਹੋ ਗਿਆ ਉਹਨਾਂ ਦਾ। ਤੇ ਉਹਨਾਂ ਨੂੰ ਪੁੱਛੋ ਕੀ ਹਾਲ ਚਾਲ, ਹਾਂਜੀ ਬਸ ਠੀਕ ਹੈ, ਸਮਾਂ ਲੰਘਦਾ ਪਿਆ, ਠੀਕ ਹੈ ਬਸ। ਉਹ ਜ਼ਿੰਦਗੀ ਦੀ ਕੋਈ ਪ੍ਰਾਪਤੀ ਨਹੀਂ ਹੁੰਦੀ। ਠੀਕ ਹੈ। ਕਹਿੰਦੇ ਦੇ ਹੈਵ ਟੂ ਰਿਪੈਂਟ, ਰਿਪੈਂਟ ਹੁੰਦਾ ਬੱਚਿਓ ਪਛਤਾਉਣਾ, ਤੇ ਪਾਈਨ ਹੁੰਦਾ ਬੱਚਿਓ ਝੂਰਨਾ, ਬੈਠ ਕੇ ਕੋਈ ਸੋਚਣਾ, ਹਾਏ ਇੱਦਾਂ ਹੋ ਜਾਏ, ਹਾਏ ਕਾਸ਼ ਇੱਦਾਂ ਹੋ ਜਾਂਦਾ, ਹਾਏ ਕਾਸ਼ ਮੈਨੂੰ ਇਹ ਮਿਲ ਜਾਏ, ਉਹਨੂੰ ਕਹਿੰਦੇ ਨੇ ਝੂਰਨਾ, ਪਾਈਨ ਇਨ ਇੰਗਲਿਸ਼। ਠੀਕ ਹੈ। ਕਹਿੰਦੇ ਉਹਨਾਂ ਨੂੰ ਪਛਤਾਉਣਾ ਤੇ ਝੂਰਨਾ ਪੈਂਦਾ ਹੈ। ਓਨਲੀ ਵੈਨ ਦੇਅਰ ਇਜ਼ ਨੋ ਰੈਮੇਡੀ, ਪਰ ਰੈਮੇਡੀ ਹੁੰਦਾ ਹੱਲ, ਉਪਾਅ, ਚਾਰਾ। ਸਿਰਫ ਉਸ ਵੇਲੇ ਕੋਈ ਚਾਰਾ ਨਹੀਂ ਰਹਿ ਜਾਂਦਾ। ਸਿਰਫ ਉਸ ਲਈ ਕੀ ਹੁੰਦਾ, ਸਿਰਫ ਝੂਰ ਸਕਦੇ ਹੋ, ਹੱਥ ਮਲ ਸਕਦੇ ਹੋ, ਪਛਤਾ ਸਕਦੇ ਹੋ। ਠੀਕ ਹੈ। ਪਰ ਫਿਰ ਕੋਈ ਉਹ ਜਿਹੜਾ ਖੁੰਝਿਆ ਮੌਕਾ ਜਿਹੜਾ ਹੈ ਉਹ ਮੁੜ ਕੇ ਆਉਣ ਦੀ ਸੰਭਾਵਨਾ ਬੜੀ ਘਟ ਜਾਂਦੀ ਹੈ। ਫਿਰ ਕੀ ਕਹਿੰਦੇ, ਐਵਰੀ ਸੈਕਿੰਡ ਇਨ ਲਾਈਫ ਇਜ਼ ਇੰਪੋਰਟੈਂਟ। ਜੀਵਨ ਵਿੱਚ ਹਰ ਇੱਕ ਸਕਿੰਟ ਅਹਿਮ ਹੈ। ਇੰਪੋਰਟੈਂਟ ਮੈਨੇ ਅਹਿਮ, ਮਹੱਤਵਪੂਰਨ ਹੈ, ਉਹਦੀ ਕੋਈ ਕੀਮਤ ਹੈ। ਸੈਕਿੰਡਸ ਐਡ ਅਪ ਟੂ ਮਿੰਟਸ, ਆਵਰਸ, ਡੇਜ਼ ਐਂਡ ਮੰਥਸ। ਸਕਿੰਟ ਜੁੜ ਕੇ, ਐਡ ਅਪ ਜੁੜ ਕੇ ਮਿੰਟ, ਘੰਟੇ, ਦਿਨ ਅਤੇ ਮਹੀਨੇ ਬਣਦੇ ਹਨ। ਇੱਦਾਂ ਹੀ ਹੈ ਬੱਚਿਓ, ਹਨਾ। 60 ਸਕਿੰਟ ਦਾ ਬਣ ਗਿਆ 1 ਮਿੰਟ, ਠੀਕ ਹੈ। ਤੇ ਫਿਰ ਆਪਣਾ 60 ਮਿੰਟ ਦਾ ਬਣ ਗਿਆ 1 ਘੰਟਾ, 24 ਘੰਟਿਆਂ ਦਾ ਬਣ ਗਿਆ 1 ਦਿਨ, ਫਿਰ 30 ਦਿਨਾਂ ਦਾ ਬਣ ਗਿਆ ਮਹੀਨਾ, 12 ਮਹੀਨੇ ਦਾ ਬਣ ਗਿਆ ਸਾਲ। ਸੋ ਇਦਾਂ ਕਰਦੇ ਕਰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਹਨਾ। ਔਧ ਘਟੇ ਤਨ ਛੀਜੈ, ਤੇ ਸਾਡੀ ਸਮਰੱਥਾ ਵੀ ਘਟਦੀ ਜਾਂਦੀ, ਤਨ ਵੀ ਕਮਜ਼ੋਰ ਹੋ ਜਾਂਦਾ, ਹਨਾ। ਸਾਡੀ ਫੈਕਲਟੀਜ਼, ਸੁਣਨ ਦੀ ਸ਼ਕਤੀ, ਦੇਖਣ ਦੀ ਸ਼ਕਤੀ, ਇਹ ਵੀ ਘਟਦੀ ਜਾਂਦੀ ਹੈ। ਸੋ ਜਦੋਂ ਜਵਾਨੀ 'ਚ ਬੱਚੋ ਬਹੁਤ ਕੁਝ ਕਰਨ ਦਾ ਸਾਡੇ ਕੋਲ ਮੌਕਾ ਹੁੰਦਾ ਹੈ, ਅਸੀਂ ਉਹ ਮੌਕਾ ਗਵਾ ਦਿੰਦੇ ਹਾਂ। ਠੀਕ ਹੈ। ਸੋ ਮੈਨੀ ਅ ਟ੍ਰਿਕਲ, ਟ੍ਰਿਕਲ ਹੁੰਦਾ ਬੱਚਿਓ ਜਦੋਂ ਟੂਟੀ ਵਿੱਚੋਂ ਬੜੀ ਬਰੀਕ ਤੁਪਕੇ ਤੁਪਕੇ ਵਾਲੀ ਧਾਰ ਆਉਂਦੀ ਹੋਵੇ, ਉਹਨੂੰ ਕਹਿੰਦੇ ਟ੍ਰਿਕਲ। ਬੂੰਦ ਬੂੰਦ ਕਰਕੇ ਪਾਣੀ ਡਿੱਗਦਾ ਚੱਲੇ, ਉਹਨੂੰ ਕਹਿੰਦੇ ਟ੍ਰਿਕਲ। ਬੜੀ ਬਰੀਕ ਧਾਰ ਮੇਕਸ ਅ ਮਿਕਲ। ਹੁਣ ਇਹ ਵੀ ਦੇਖੋ, ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਮੈਨੀ ਅ ਟ੍ਰਿਕਲ ਮੇਕਸ ਅ ਮਿਕਲ। ਸੋ ਮਿਕਲ ਦਾ ਮਤਲਬ ਹੁੰਦਾ ਹੈ ਵੱਡੀ ਮਾਤਰਾ, ਅਰਥਾਤ ਤੁਪਕਿਆਂ ਦੀਆਂ ਕਈ ਲੜੀਆਂ ਵੱਡੀ ਮਾਤਰਾ ਬਣਾਉਂਦੀਆਂ ਹਨ। ਇੱਦਾਂ ਹੀ ਹੈ, ਤੁਪਕਾ ਮਤਲਬ ਪਾਣੀ ਡਿੱਗ ਰਿਹਾ ਹੌਲੀ ਹੌਲੀ, ਤੇ ਉਹਦੇ ਥੱਲੇ ਬਾਲਟੀ ਰੱਖ ਦਿਓ, ਘੜਾ ਰੱਖ ਦਿਓ, ਤੇ ਫਿਰ ਭਰ ਜਾਏਗਾ, ਹਨਾ। ਅਰਥਾਤ ਹੁਣ ਇਹਦਾ ਪੰਜਾਬੀ 'ਚ ਅਸੀਂ ਕਿੱਦਾਂ ਕਹਾਂਗੇ, ਅਰਥਾਤ ਬੂੰਦ ਬੂੰਦ ਕਰਕੇ ਘੜਾ ਭਰਦਾ ਹੈ। ਸੋ ਇਹ ਕਹਿਣਾ ਚਾਹੁੰਦਾ ਹੈ ਵੀ ਬੂੰਦ ਬੂੰਦ ਕਰਕੇ ਘੜਾ ਭਰੇਗਾ ਨਾ। ਤੇ ਜੇ ਕਿਸੇ ਬੰਦੇ ਨੇ ਕੋਈ ਜ਼ਿੰਦਗੀ 'ਚ ਕਾਮਯਾਬੀ ਹਾਸਿਲ ਕੀਤੀ ਹੈ, ਤੇ ਉਹਦੇ ਪਿੱਛੇ ਸਾਲਾਂ ਬੱਧੀ ਉਹਦਾ ਅਨੁਸ਼ਾਸਨ, ਉਹਦੀ ਮਿਹਨਤ, ਉਹਦੀ ਸਾਧਨਾ, ਉਹਦੀ ਤਪੱਸਿਆ ਹੁੰਦੀ ਹੈ, ਤਾਂ ਉਸ ਪਦਵੀ ਤੇ ਪਹੁੰਚਿਆ ਹੁੰਦਾ। ਕਹਿੰਦੇ ਵਾਈ ਨੋਟ ਦੈਨ, ਫਿਰ ਕਿਉਂ ਨਾ ਸੇਵ ਐਵਰੀ ਸੈਕਿੰਡ, ਬਚਾਇਆ ਜਾਵੇ। ਜਿਵੇਂ ਅਸੀਂ ਕਹਿੰਦੇ ਹਾਂ ਬੱਚਿਓ, ਇੱਕ ਇੱਕ ਪੈਸਾ ਕਰਕੇ ਜੁੜ ਕੇ ਕਈ ਵੱਡੀ ਅਮਾਊਂਟ ਬਣਦਾ ਹੈ, ਤੇ ਸਾਨੂੰ ਪੈਸਾ ਬਰਬਾਦ ਨਹੀਂ ਕਰਨਾ ਚਾਹੀਦਾ। ਇਸੀ ਤਰ੍ਹਾਂ ਕਹਿੰਦੇ ਸਮਾਂ ਵੀ ਬਰਬਾਦ ਨਹੀਂ ਕਰਨਾ ਚਾਹੀਦਾ। ਸੇਵ ਐਵਰੀ ਸੈਕਿੰਡ ਟੂ ਮੇਕ ਦੀ ਬੈਸਟ ਯੂਜ਼ ਆਫ ਟਾਈਮ। ਫਿਰ ਕਿਉਂ ਨਾ ਸਮੇਂ ਦੀ ਸਭ ਤੋਂ ਵਧੀਆ ਵਰਤੋਂ ਲਈ ਹਰੇਕ ਸਕਿੰਟ ਬਚਾਇਆ ਜਾਏ।
ਕਹਿੰਦੇ ਇਫ ਯੂ ਡੂ ਨਾਟ ਡੂ ਦੈਟ, ਜੇ ਤੁਸੀਂ ਇਹ ਨਹੀਂ ਕਰਦੇ, ਇਦਾਂ ਨਹੀਂ ਕਰਦੇ, a lot of time is squandered ਹੁੰਦਾ wasted, ਬਰਬਾਦ, ਜ਼ਾਇਆ, down the drain ਨਾਲੀ ਚ ਰੁੜ ਗਿਆ, for nothing, ਕੁਝ ਹਾਸਿਲ ਕੀਤੇ ਬਿਨਾਂ ਹੀ, ਬਿਨਾਂ ਕਿਸੇ ਪ੍ਰਾਪਤੀ ਦੇ। ਜੇ ਤੁਸੀਂ ਇਦਾਂ ਨਹੀਂ ਕਰੋਗੇ, ਬਹੁਤ ਸਾਰਾ ਸਮਾਂ ਬਿਨਾਂ ਕਿਸੇ ਪ੍ਰਾਪਤੀ ਦੇ, for nothing, ਨਾਲੀ ਚ ਫਜ਼ੂਲ ਰੁੜ ਜਾਂਦਾ ਹੈ। ਨਾਲੀ ਚ ਫਜ਼ੂਲ ਰੁੜ ਗਿਆ, ਜਿਹੜੀ ਚੀਜ਼ ਨਾਲੀ ਚ ਰੁੜਤੀ ਉਹ ਵੇਸਟ ਹੋ ਗਈ। ਹੁਣ ਮੇਰੇ ਕੋਲ 4-5 ਕਿਲੋ ਦੁੱਧ ਹੋਵੇ, ਜੂਸ ਹੋਵੇ, ਬੜੀ ਕੀਮਤੀ ਪਦਾਰਥ ਹੋਵੇ, ਮੈਨੂੰ ਨਾਲੀ ਚ ਪਾ ਦੇਵਾਂ, ਉਹਨੂੰ ਤੇ ਹਾਸਲ ਨਹੀਂ ਕੀਤਾ ਜਾ ਸਕਦਾ, ਉਹ ਕਿਸੇ ਲੇਖੇ ਨਹੀਂ ਗਿਆ, ਉਹ ਬਰਬਾਦ ਹੋ ਗਿਆ। ਸੋ ਇਸੀ ਤਰ੍ਹਾਂ ਜਿਹੜਾ ਸਮਾਂ ਅਸੀਂ ਨਿੰਦਾ ਵਿੱਚ, ਉਸਤਤ ਵਿੱਚ, ਟੀਵੀ ਦੇਖਣ ਵਿੱਚ, ਗੱਪਾਂ ਵਿੱਚ ਗੁਜ਼ਾਰਦੇ ਹਾਂ, ਉਹ ਕਿਸੇ ਲੇਖੇ 'ਚ ਨਹੀਂ ਪੈਂਦਾ, ਬਲਕਿ ਨੈਗੇਟਿਵ ਅਕਾਊਂਟ ਹੁੰਦਾ। ਨੈਗੇਟਿਵ ਅਕਾਊਂਟ ਕਿੱਦਾਂ? ਕਿਉਂਕਿ ਸਮਾਂ ਤੇ ਬਰਬਾਦ ਹੋ ਗਿਆ, ਤੇ ਨਿੰਦਾ ਔਰ ਚੁਗਲੀ ਕਰਕੇ, ਗੱਪਾਂ ਮਾਰ ਕੇ ਜਿਹੜੇ ਸਾਡੀ ਆਤਮਾ ਨੂੰ, ਮਨ ਨੂੰ ਨੁਕਸਾਨ ਹੋਣਾ, ਉਹ ਵੱਖਰਾ ਹੈਗਾ। ਠੀਕ ਹੈ ਨਾ? ਸੋ ਲਾਈਫ ਇਜ਼ ਸ਼ਾਰਟ ਐਂਡ ਅਨਸਰਟਨ। ਅਨਸਰਟਨ ਹੁੰਦਾ ਬੱਚਿਓ, ਸਾਨੂੰ ਪਤਾ ਨਹੀਂ ਭਵਿੱਖ ਵਿੱਚ ਕੀ ਹੋਣਾ ਹੈ, ਗੈਰ ਯਕੀਨੀ। ਅਸੀਂ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕੱਲ ਇਹ ਇਦਾਂ ਹੋਏਗਾ, ਹਨਾ? ਸਾਨੂੰ ਤਾਂ ਕੁਝ ਨਹੀਂ ਪਤਾ ਕੀ ਹੋਣਾ। ਸੋ ਕਹਿੰਦੇ ਲਾਈਫ ਇਜ਼ ਸ਼ਾਰਟ ਐਂਡ ਅਨਸਰਟਨ, ਜ਼ਿੰਦਗੀ ਛੋਟੀ ਅਤੇ ਗੈਰ ਯਕੀਨੀ ਹੈ। ਪਰ ਇਹਦੇ ਉਲਟ ਕੀ ਹੈ? ਆਰਟ ਇਜ਼ ਲੌਂਗ, ਕਲਾ ਜਿਹੜੀ ਹੈ। ਇੱਥੇ ਆਰਟ ਦਾ ਮਤਲਬ ਕਵੀ ਜਿਹੜਾ ਹੈ ਜਾਂ ਲਿਖਾਰੀ ਹੈ, ਮਤਲਬ ਕਵੀ ਜਿਹੜਾ ਉਹਨੇ ਕਵੀ ਨੂੰ ਕੋਟ ਕੀਤਾ, ਸੈਡ ਅ ਪੋਇਟ, ਇੱਕ ਕਵੀ ਨੇ ਜੋ ਗੱਲ ਕਹੀ ਹੈ, ਲਿਖਾਰੀ ਨੇ ਉਹਨੂੰ ਕੋਟ ਕੀਤਾ, ਉਹਦਾ ਹਵਾਲਾ ਦਿੱਤਾ ਹੈ। ਇੱਥੇ ਆਰਟ ਦਾ ਮਤਲਬ ਹੈ ਕਿ ਉਸਾਰੂ ਚੰਗੇ ਕੰਮ, ਚਾਹੇ ਉਹ ਸੰਗੀਤ ਹੈਗਾ, ਚਾਹੇ ਉਹ ਚਿੱਤਰਕਾਰੀ ਹੈਗੀ ਹੈ, ਚਾਹੇ ਉਹ ਸਾਹਿਤ ਹੈਗਾ, ਚਾਹੇ ਉਹ ਸੇਵਾ ਹੈਗੀ ਹੈ, ਕੋਈ ਵੀ ਜਿੰਨੇ ਵੀ ਚੰਗੇ ਕੋਮਲ ਕਲਾਵਾਂ ਵਾਲੇ ਕੰਮ ਨੇ, ਕਹਿੰਦੇ ਇਜ਼ ਲੌਂਗ, ਉਹ ਬਹੁਤ ਮਿਹਨਤ ਮੰਗਦੇ ਨੇ, ਉਹ ਬਹੁਤ ਲੰਬੀ ਹੈ, ਤੇ ਬੰਦੇ ਮਰਨ ਜਾਣ ਤੋਂ ਬਾਅਦ ਵੀ ਉਹਨਾਂ ਦਾ ਨਾਂ ਰਹਿੰਦਾ ਹੈ। ਤਾਂ ਉਹਨੇ ਕਿਹਾ ਆਰਟ ਇਜ਼ ਲੌਂਗ ਐਂਡ ਟਾਈਮ ਇਜ਼ ਫਲੀਟਿੰਗ। ਫਲੀਟਿੰਗ ਮੈਨੇ ਭੱਜਦਾ ਪਿਆ, ਤੇ ਸਮਾਂ ਚਲਾਇਮਾਨ ਹੈ। ਅਰਥਾਤ ਚੰਗੇ ਵਧੀਆ ਕਰਨ ਵਾਲੇ ਕੰਮ ਬਹੁਤ ਸਾਰੇ ਨੇ, ਪਰ ਸਮਾਂ ਭੱਜਦਾ ਜਾ ਰਿਹਾ ਹੈ। ਕਲਾ ਲੰਮੇ ਸਮੇਂ ਤੱਕ ਰਹਿਣ ਵਾਲੀ ਹੈ ਅਤੇ ਸਮਾਂ ਚਲਾਇਮਾਨ ਹੈ। ਸੈਡ ਅ ਪੋਇਟ, ਇੱਕ ਕਵੀ ਨੇ ਕਿਹਾ ਹੈ। We have a lot to do, ਸਾਡੇ ਕੋਲ ਕਰਨ ਲਈ ਬਹੁਤ ਕੁਝ ਹੈ। A long road, ਇੱਕ ਲੰਬੀ ਸੜਕ, ਇੱਕ ਲੰਮਾ ਪੈਂਡਾ, to traverse, ਸਰ ਕਰਨ ਵਾਸਤੇ, ਉਹਨੂੰ ਪੂਰਾ ਕਰਨ ਵਾਸਤੇ। But time at our disposal, ਪਰ ਸਾਡੇ ਪੱਲੇ ਜੋ ਸਮਾਂ ਹੈ, ਸਾਡੀ ਸਪੁਰਦਗੀ ਵਿੱਚ ਜੋ ਸਮਾਂ ਹੈ, is very short, ਬਹੁਤ ਥੋੜਾ ਹੈ। ਸਰ ਕਰਨ ਵਾਲਾ ਪੈਂਡਾ ਲੰਮਾ ਹੈ, ਪਰ ਸਾਡੀ ਸਪੁਰਦਗੀ ਵਿੱਚ ਸਮਾਂ ਬਹੁਤ ਥੋੜਾ ਹੈ। Who knows, ਕੌਣ ਜਾਣਦਾ ਹੈ? When God Almighty, ਜਦੋਂ ਸਰਬ ਕਲਾ ਸਮਰੱਥ ਵਾਹਿਗੁਰੂ, may send a call, ਸੱਦਾ ਭੇਜ ਦੇਵੇ। ਕੌਣ ਜਾਣਦਾ ਹੈ ਕਿ ਸਰਬ ਕਲਾ ਸਮਰੱਥ ਪਰਮਾਤਮਾ ਕਦੋਂ ਸੱਦਾ ਭੇਜ ਦੇਵੇ ਵੀ ਆਓ ਵੀ, ਧਰਤੀ ਤੇ ਤੇਰਾ ਸਮਾਂ ਪੂਰਾ ਹੋ ਗਿਆ, ਇਹ ਤੇਰਾ ਆਖਰੀ ਸਵਾਸ ਹੈ, ਕੰਮ ਖਤਮ। ਠੀਕ ਹੈ? ਕਹਿੰਦੇ ਇਨਫੈਕਟ, ਅਸਲ ਵਿੱਚ, ਐਵਰੀ ਬੀਟ ਆਫ ਆਵਰ ਹਾਰਟ, ਸਾਡੇ ਦਿਲ ਦੀ ਹਰ ਇੱਕ ਧੜਕਣ, ਇਸ ਟੇਕਿੰਗ ਅਸ, ਸਾਨੂੰ ਲੈ ਕੇ ਜਾ ਰਹੀ ਹੈ, ਆ ਸਟੈਪ ਨੀਅਰਰ, ਇੱਕ ਕਦਮ ਹੋਰ ਨੇੜੇ, ਕਹਿੰਦੇ ਟੂ ਦੀ ਗ੍ਰੇਵ, ਗ੍ਰੇਵ ਹੁੰਦੀ ਕਬਰ, ਅਰਥਾਤ ਇਹਦਾ ਮਤਲਬ ਹੈ ਸਾਨੂੰ ਸਾਡੀ ਮੌਤ ਦੇ ਨੇੜੇ ਲੈ ਕੇ ਜਾ ਰਹੀ ਹੈ। ਅਸਲ ਵਿੱਚ ਸਾਡੇ ਦਿਲ ਦੀ, ਹਿਰਦੇ ਦੀ ਹਰੇਕ ਧੜਕਣ ਸਾਨੂੰ ਕਬਰ ਦੇ ਲਾਗੇ ਲੈ ਕੇ ਜਾ ਰਹੀ ਹੈ। Therefore, it is imperative, imperative माने अत ਜ਼ਰੂਰੀ, ਇਹ ਬਹੁਤ ਜ਼ਰੂਰੀ ਹੈ। ਇਸ ਲਈ ਇਹ ਜ਼ਰੂਰੀ ਹੈ that one should make the best use of the time available, ਕਿ ਉਪਲਬਧ ਸਮੇਂ ਦੀ ਢੁਕਵੀਂ ਵਰਤੋਂ ਕੀਤੀ ਜਾਵੇ। ਜਿਹੜਾ ਸਮਾਂ ਸਾਨੂੰ ਪਰਮਾਤਮਾ ਨੇ ਦਿੱਤਾ ਹੈ, ਉਹਦੀ ਚੰਗੀ ਵਰਤੋਂ, ਸੁਚੱਜੀ ਵਰਤੋਂ, ਢੁਕਵੀਂ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ। ਕਹਿੰਦੇ one must learn to be punctual, punctual ਹੁੰਦਾ ਬੱਚਿਓ ਸਮੇਂ ਦੇ ਪਾਬੰਦ ਹੋਣਾ। ਜਿੰਨੇ ਸਮੇਂ ਸਕੂਲ ਪਹੁੰਚਣਾ ਉਨੇ ਸਮੇਂ ਪੁੱਜਣਾ, ਜਿੰਨੇ ਸਮੇਂ ਦਾ ਕਿਸੇ ਨੂੰ ਟਾਈਮ ਦਿੱਤਾ ਉਨੇ ਸਮੇਂ ਤੇ ਪਹੁੰਚਣਾ। ਇਹ ਨਹੀਂ ਕਹਿਣਾ ਜੀ ਮੈਂ 2 ਮਿੰਟ ਤੱਕ ਪਹੁੰਚਦਾ, ਤੇ 2 ਮਿੰਟ ਦਾ ਮਤਲਬ ਕਿ 2 ਘੰਟੇ ਹੀ ਹੋ ਜਾਂਦਾ। ਸੋ ਮੈਂ ਕੱਲ ਤੁਹਾਡੇ ਕੋਲ ਆਵਾਂਗਾ, ਤੇ ਕੱਲ ਆਉਣਾ ਹੀ ਨਹੀਂ, ਤੇ ਦੱਸਣਾ ਵੀ ਨਹੀਂ ਮੈਂ ਨਹੀਂ ਆ ਰਿਹਾ, ਹਨਾ? ਸੋ ਇਹ ਜਿਹੜੇ ਇੱਦਾਂ ਦੇ ਬੰਦੇ ਜ਼ਿੰਦਗੀ 'ਚ ਕਦੀ ਕਾਮਯਾਬ ਨਹੀਂ ਹੋ ਸਕਦੇ। ਸੋ one must learn to be punctual in all one's activities, activities ਕੰਮਕਾਜ, ਕਾਰਵਾਈਆਂ, ਗਤੀਵਿਧੀਆਂ, ਸਰਗਰਮੀਆਂ, ਆਪਣੇ ਸਾਰੇ ਕੰਮਾਂ ਕਾਜਾਂ ਵਿੱਚ ਸਾਨੂੰ ਸਮੇਂ ਦੇ ਪਾਬੰਦ ਹੋਣਾ ਸਿੱਖਣਾ ਚਾਹੀਦਾ ਹੈ, ਆਦਤ ਪਾ ਲੈਣੀ ਚਾਹੀਦੀ ਹੈ। ਬੱਚੇ ਮੈਂ ਤੇ ਸ਼ਿਪ ਤੇ ਕੰਮ ਕੀਤਾ, ਉੱਥੇ ਦੇ ਸਮੇਂ ਦਾ ਪਾਬੰਦ ਨਾ ਹੋਵੇ ਤੇ ਸਾਡਾ ਤੇ, ਅਸੀਂ ਤੇ ਨੌਕਰੀ ਕਰ ਹੀ ਨਹੀਂ ਸਕਦੇ। ਉੱਥੇ ਤੇ ਅਸੀਂ 1-1 ਮਿੰਟ ਦਾ ਹਿਸਾਬ ਕਿਤਾਬ ਰੱਖੀਦਾ, ਤੇ ਇੱਕ ਦੂਜੇ ਨੂੰ ਅਗਾਹ ਵੀ ਕਰੀਦਾ ਵੀ ਸਾਡਾ ਜਹਾਜ਼ ਲੇਟ ਹੋ ਰਿਹਾ, ਉਹਨੂੰ ਪਹਿਲੇ ਨੋਟਿਸ ਦੇਣਾ ਪੈਂਦਾ, ਅਸੀਂ ਇੰਨੇ ਵਜੇ ਪਹੁੰਚਾਂਗੇ। ਜੇ ਅੱਗੇ ਪਿੱਛੇ ਹੋ ਗਿਆ, ਰਸਤੇ 'ਚ ਤੂਫਾਨ ਆ ਗਿਆ, ਜਹਾਜ਼ ਲੇਟ ਹੋ ਗਿਆ, ਤਾਂ ਉਹਨੂੰ ਸਮੇਂ ਸਿਰ ਦੱਸਣਾ ਪੈਂਦਾ ਵੀ ਹੁਣ ਸਾਡਾ ਪਹੁੰਚਣ ਟਾਈਮ ਇੰਨੇ ਘੰਟੇ ਲੇਟ ਹੋ ਜਾਏਗਾ। ਇੱਕ ਗੱਲ ਦਾ, ਹਰ ਇੱਕ ਚੀਜ਼ ਦਾ ਸਾਨੂੰ ਹਿਸਾਬ ਕਿਤਾਬ ਰੱਖਣਾ ਪੈਂਦਾ। ਸਾਡੀ ਤੇ ਸੁਭਾਅ ਬਣ ਚੁੱਕਾ ਹੈ
ਪਰ ਮੈਂ ਦੇਖਦਾ ਹਾਲੇ ਸਾਡੇ ਸਮਾਜ ਵਿੱਚ, ਇੰਡੀਆ ਵਿੱਚ ਹਾਲੇ ਵੀ ਇਸ ਚੀਜ਼ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਨਹੀਂ ਜਾਂਦਾ। ਅਸੀਂ ਕਹਿ ਦਿੰਦੇ ਹਾਂ ਮੈਂ ਅੱਧੇ ਘੰਟੇ ਤੱਕ ਤੇਰੇ ਕੋਲ ਪਹੁੰਚ ਰਿਹਾ, ਉਹ ਤਿਆਰ ਹੋ ਕੇ ਬਹਿ ਜਾਓ, ਉਹ ਆਉਂਦਾ ਹੀ ਨਹੀਂ ਬੰਦਾ ਕਿੰਨੀ ਕਿੰਨੀ ਦੇਰ। ਕੋਈ ਪਲੰਬਰ ਨੂੰ ਸੱਦੋ ਜਾਂ ਬਿਜਲੀ ਵਾਲੇ ਨੂੰ ਕਹੋ ਹਾਂ ਵੀ ਭਾਜੀ ਇਹ ਕੰਮ ਹੈਗਾ, ਕਹਿੰਦਾ ਭਾਜੀ ਮੈਂ ਹੁਣੀ ਆਇਆ ਤੁਹਾਡੇ ਕੋਲ। ਉਹ ਸਾਰਾ ਦਿਨ ਹੀ ਬੀਤ ਜਾਂਦਾ, ਉਹ ਦੱਸਦਾ ਵੀ ਨਹੀਂ ਹੈਗਾ ਮੈਂ ਕਿਉਂ ਨਹੀਂ ਆਇਆ ਜਾਂ ਮੈਂ ਨਹੀਂ ਆ ਸਕਦਾ। ਸੋ ਇੱਦਾਂ ਹੀ ਚੱਲਦਾ ਰਹਿੰਦਾ, ਇਸੇ ਕਰਕੇ ਅਸੀਂ ਤਰੱਕੀ ਨਹੀਂ ਕਰ ਪਾਉਂਦੇ। ਠੀਕ ਹੈ ਨਾ। ਸੋ ਸਮੇਂ ਦੀ ਪਾਬੰਦੀ ਬੜੀ ਇੰਪੋਰਟੈਂਟ ਹੈਗੀ ਹੈ, ਬੜੀ ਮਹੱਤਵਪੂਰਨ ਹੈ। ਦੋਜ਼ ਹੂ ਆਰ ਬਿਹਾਈਂਡ ਟਾਈਮ, ਸਮੇਂ ਤੋਂ ਪਿਛਾਂਹ ਰਹਿਣ ਵਾਲੇ, ਸਮੇਂ ਤੋਂ ਪਿਛਾਂਹ ਰਹਿਣ ਵਾਲੇ ਲੈਗ ਬਿਹਾਈਂਡ, ਪਛੜ ਜਾਂਦੇ ਨੇ, ਉਹਨੂੰ ਕਹਿੰਦੇ ਨੇ ਫਸੱਡੀ ਬਣ ਜਾਂਦੇ ਨੇ। ਇਨ ਦੇਅਰ ਲਾਈਫ ਟੂ, ਜ਼ਿੰਦਗੀ ਵਿੱਚ ਵੀ ਪਛੜ ਜਾਂਦੇ ਹਨ। ਅਰਥਾਤ ਜੋ ਸਮੇਂ ਦੇ ਪਾਬੰਦ ਨਹੀਂ ਹੁੰਦੇ, ਸਮੇਂ ਤੋਂ ਪਿਛਾਂਹ ਰਹਿੰਦੇ ਨੇ, ਜੋ ਸਮਾਂ ਦੇਖ ਕੇ ਉੱਥੇ ਉਹ ਆਪਣਾ ਪੂਰਾ ਪਹਿਰਾ ਨਹੀਂ ਦਿੰਦੇ, ਉਹਦੇ ਬਾਰੇ ਪੂਰੇ ਗੰਭੀਰ ਨਹੀਂ ਹੁੰਦੇ, ਉਹ ਫਿਰ ਜ਼ਿੰਦਗੀ ਵਿੱਚ ਵੀ ਪਛੜ ਜਾਂਦੇ ਹਨ। ਕਹਿੰਦੇ ਐਨ ਅਪੋਰਚੁਨਿਟੀ ਮਿਸਡ, ਹੱਥੋਂ ਨਿਕਲਿਆ ਹੋਇਆ ਮੌਕਾ ਜਾਂ ਖੁੰਝਾਇਆ ਗਿਆ ਮੌਕਾ। ਇਜ਼ ਐਨ ਅਪੋਰਚੁਨਿਟੀ ਲੋਸਟ ਫॉर एवर, ਸਦਾ ਲਈ ਗਵਾਚ ਗਿਆ ਮੌਕਾ ਹੈ। ਇੱਕ ਵਾਰ ਮੌਕਾ ਹੱਥੋਂ ਗਿਆ, ਸਮਝੋ ਸਦਾ ਲਈ ਗਿਆ। ਬਾਈ ਬੀਇੰਗ ਲੇਟ, ਪਿਛੇਤਾ ਹੋਣ ਕਰਕੇ, ਫਿਸੱਡੀ ਹੋਣ ਕਰਕੇ, ਪਿੱਛੇ ਰਹਿ ਗਏ, ਟਾਈਮ ਨਾਲ ਨਹੀਂ ਪਹੁੰਚੇ। ਯੂ ਮੇ ਮਿਸ, ਹੋ ਸਕਦਾ ਤੁਹਾਡੀ ਖੁੰਝ ਜਾਏ ਕੀ, ਐਨ ਇੰਪੋਰਟੈਂਟ ਟ੍ਰੇਨ, ਮਹੱਤਵਪੂਰਨ ਗੱਡੀ, ਕਰੂਸ਼ੀਅਲ ਫਲਾਈਟ, ਨਿਰਣਾਕਾਰੀ ਤੁਹਾਡੀ ਕੋਈ ਫਲਾਈਟ, ਬੜੇ ਬੰਦੇ ਦੀ ਫਲਾਈਟ ਨਿਕਲ ਜਾਂਦੀ ਹੈ। ਅ ਕਰੀਅਰ ਮੇਕਿੰਗ ਜੌਬ, ਤੁਹਾਡੇ ਪੇਸ਼ੇ ਨੂੰ ਬਣਾਉਣ ਦੀ ਕੋਈ ਨੌਕਰੀ। ਐਡਮਿਸ਼ਨ, ਦਾਖਲਾ ਟੂ ਐਨ ਐਕਸੀਲੈਂਟ ਕੋਰਸ, ਬੜੇ ਸ੍ਰੇਸ਼ਟ ਕੋਰਸ ਵਿੱਚ। ਅਰਥਾਤ ਸ਼ਾਇਦ ਕੋਈ ਮਹੱਤਵਪੂਰਨ ਗੱਡੀ, ਕੋਈ ਨਿਰਣਾਕਾਰੀ ਉਡਾਨ, ਕੋਈ ਪੇਸ਼ਾ ਬਣਾਉਣ ਦੀ ਨੌਕਰੀ ਜਾਂ ਕਿਸੇ ਸ੍ਰੇਸ਼ਟ ਕੋਰਸ ਵਿੱਚ ਦਾਖਲਾ ਲੈਣਾ ਖੁੰਝ ਜਾਏ। ਇਹ ਦੇਖੋ ਮਿਸ ਐਨ ਮਤਲਬ ਖੁੰਝ ਜਾਏ। ਜੇ ਤੁਸੀਂ ਸਮੇਂ ਦੇ ਪਿੱਛੇ, ਜੇ ਤੁਹਾਨੂੰ ਸਮੇਂ ਦੀ ਪਾਬੰਦੀ ਦੀ ਆਦਤ ਨਹੀਂ ਹੈਗੀ, ਮੈਂ ਬੜੇ ਬੰਦਿਆਂ ਨੇ ਦੇਖੀ ਹੈ, ਮੈਂ ਆਪਣੀ ਜਾਣਕਾਰੀ 'ਚ ਕਿੰਨੇ ਬੰਦੇ ਜਾਣਦਾ ਜਿਹੜੇ ਆਪਣੀ ਗੱਡੀ ਉਹਨਾਂ ਦੇ ਹੱਥੋਂ ਨਿਕਲ ਜਾਂਦੀ ਹੈ, ਉਹ ਸਟੇਸ਼ਨ 'ਤੇ ਲੇਟ ਪਹੁੰਚਦੇ ਨੇ, ਉਹਨਾਂ ਦੀ ਫਲਾਈਟ ਵੀ ਮਿਸ ਹੋ ਜਾਂਦੀ ਹੈ ਕਿਉਂਕਿ ਉਹ ਟਾਈਮ 'ਤੇ ਨਹੀਂ ਪਹੁੰਚਦੇ। ਠੀਕ ਹੈ। ਫਿਰ ਉਹ ਇੰਟਰਵਿਊ 'ਤੇ ਟਾਈਮ ਨਾਲ ਨਹੀਂ ਪਹੁੰਚ ਪਾਉਂਦੇ, ਕੋਈ ਫਾਰਮ ਟਾਈਮ ਨਾਲ ਭਰਨਾ ਹੁੰਦਾ ਐਡਮਿਸ਼ਨ ਦਾ, ਉਹ ਨਹੀਂ ਠੀਕ ਤਰ੍ਹਾਂ ਭਰ ਪਾਉਂਦੇ। ਉਹ ਤੇ ਹੁਣ ਇਹ 'ਚ ਕਿਹਦਾ ਕਸੂਰ ਹੈ? ਉਹ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਨਾ ਸਰਕਾਰ ਨੂੰ ਦੇ ਸਕਦੇ ਨੇ, ਨਾ ਕਹਿ ਸਕਦੇ ਨੇ ਕਿ ਮੇਰੇ ਗੁਆਂਢੀ ਨੇ ਕੋਈ ਟੂਣਾ ਕਰ ਦਿੱਤਾ ਸੀ ਤਾਂ ਇੱਦਾਂ ਹੋ ਗਿਆ, ਹਨਾ। ਇਹ ਤੇ ਉਹਨਾਂ ਦੀ ਆਪਣੀ ਨਲਾਇਕੀ ਹੁੰਦੀ ਹੈ, ਸਾਰੀ ਜ਼ਿੰਮੇਵਾਰੀ ਉਹਨਾਂ ਦੀ ਇਸ ਗੱਲ ਦੀ ਆਪ ਹੁੰਦੀ ਹੈ। ਕਹਿੰਦੇ ਫਿਰ ਕਹਿੰਦੇ ਇਟ ਇਜ਼ ਨੋ ਯੂਜ਼ ਕਰਾਈਂਗ ਓਵਰ ਸਪਿਲਟ ਮਿਲਕ। ਮੂਲ ਸ਼ਬਦ ਦੇ ਵਿੱਚੋਂ ਸਪਿਲ, SPILL, ਸਪਿਲ ਮੈਨੇ ਹੁੰਦਾ ਉਡੇਲਣਾ, ਡੋਲ ਦੇਣਾ, ਤੇ ਸਪਿਲਟ ਮੈਨੇ ਸੈਕਿੰਡ ਫਾਰਮ ਜਾਂ ਥਰਡ ਫਾਰਮ ਹੈਗੀ ਹੈ ਸਪਿਲਟ, ਅਰਥਾਤ ਡੁੱਲਿਆ ਹੋਇਆ ਮਿਲਕ। ਇੱਕ ਵਾਰ ਦੁੱਧ ਕਮੰਡਲ ਚੋਂ ਥੱਲੇ ਫਰਸ਼ ਤੇ ਡਿੱਗ ਗਿਆ, ਹੁਣ ਤੇ ਤੁਹਾਨੂੰ ਪੋਚਾ ਲਾ ਕੇ ਸਾਫ਼ ਹੀ ਕਰਨਾ ਪੈਣਾ। ਉਹ ਦੁੱਧ ਨੂੰ ਇਕੱਠਾ ਕਰਕੇ ਅਸੀਂ ਚਾਹ ਲਈ, ਪੀਣ ਲਈ, ਦਹੀਂ ਜਮਾਉਣ ਲਈ ਨਹੀਂ ਵਰਤ ਸਕਦੇ। ਕਹਿੰਦੇ ਇਟ ਇਜ਼ ਨੋ ਯੂਜ਼ ਕਰਾਈਂਗ ਓਵਰ ਸਪਿਲਟ ਮਿਲਕ, ਡੁੱਲੇ ਦੁੱਧ ਤੇ ਰੋਣ ਦਾ ਕੋਈ ਲਾਭ ਨਹੀਂ। ਹੁਣ ਟ੍ਰੇਨ ਨਿਕਲ ਗਈ ਹੈ, ਫਲਾਈਟ ਉੜ ਗਈ ਹੈ, ਹਨਾ, ਕੋਰਸ ਦੀ ਐਡਮਿਸ਼ਨ ਬੰਦ ਹੋ ਗਈ ਹੈ, ਨੌਕਰੀ ਜਿਹਨੂੰ ਮਿਲਣੀ ਸੀ ਉਹਨੂੰ ਮਿਲ ਗਈ, ਤੁਸੀਂ ਪਹਿਲੇ ਆ ਜਾਂਦੇ, ਤੁਹਾਡੇ ਕੋਲ ਲਿਆਕਤ ਸੀਗੀ, ਤੁਹਾਡੇ ਕੋਲ ਯੋਗਤਾ ਸੀਗੀ, ਮਿਲ ਸਕਦੀ ਸੀਗੀ, ਪਰ ਰਹਿ ਗਈ, ਤੁਸੀਂ ਟਾਈਮ ਦੀ ਕਦਰ ਨਹੀਂ ਕੀਤੀ। ਇਟ ਇਜ਼ ਨੋ ਯੂਜ਼ ਕਰਾਈਂਗ ਓਵਰ ਸਪਿਲਟ ਮਿਲਕ ਔਰ ਬਲੇਮਿੰਗ ਦੀ ਸਟਾਰਸ, ਤਾਰੇ ਨੂੰ ਦੋਸ਼ ਦੇਣਾ, ਨਖੱਤਰਾਂ ਨੂੰ, ਅਰਥਾਤ ਮੇਰੇ ਤੇ ਸ਼ਨੀਚਰ ਭਾਰੀ ਹੋ ਗਿਆ ਸੀ, ਮੇਰਾ ਮੰਗਲ ਭਾਰੀ ਹੋ ਗਿਆ ਸੀ, ਜਾਂ ਮੇਰੀ ਕਿਸਮਤ 'ਚ ਇੱਦਾਂ ਨਹੀਂ ਸੀ, ਹਨਾ। ਫਿਰ ਬੰਦੇ ਇੱਦਾਂ ਹੀ ਕਹਿੰਦੇ ਨੇ, ਉਹ ਫਿਰ ਹੁਣ ਕੀ ਕੀਤਾ ਜਾਵੇ, ਉਹ ਕਹਿੰਦੇ ਵੀ ਯਾਰ ਲੱਗਦਾ ਮੇਰਾ ਤੇ ਤਾਰਾ ਹੀ ਡੁੱਬਿਆ ਰਿਹਾ। ਸੋ ਇਹ ਜਿਹੜੀ ਗੱਲ ਕਹਿੰਦੇ, ਇਹ ਡੁੱਲੇ ਦੁੱਧ ਤੇ ਰੋਣ ਦਾ, ਬਲੇਮਿੰਗ ਦੀ ਸਟਾਰਸ ਵੈਨ ਯੂ ਆਰ ਯੂਅਰਸੈਲਫ ਰਿਸਪੋਂਸਿਬਲ ਫॉर ਯੂਅਰ ਫੇਲੀਅਰ, ਜਾਂ ਆਪਣੀ ਕਿਸਮਤ ਨੂੰ ਦੋਸ਼ ਦੇਣ ਦਾ ਜਦੋਂ ਤੁਸੀਂ ਆਪ ਹੀ ਆਪਣੀ ਨਿਸਫਲਤਾ ਲਈ ਜ਼ਿੰਮੇਵਾਰ ਹੋ। ਗਲਤੀ ਤੁਹਾਡੀ। ਹੁਣ ਡੁੱਲੇ ਦੁੱਧ ਤੇ ਰੋਣ ਦਾ ਕੋਈ ਫਾਇਦਾ ਨਹੀਂ, ਤੇ ਨਾ ਹੀ ਆਪਣੇ ਨਖੱਤਰਾਂ ਨੂੰ, ਆਪਣੇ ਤਾਰਿਆਂ ਨੂੰ, ਆਪਣੇ ਗ੍ਰਹਿਆਂ ਨੂੰ ਦੋਸ਼ ਦੇਣ ਦਾ ਕੋਈ ਲਾਭ ਹੈਗਾ। ਕਹਿੰਦੇ ਯਕਸ਼, ਆ ਗੋਡ, ਇੱਕ ਦੇਵਤਾ, ਆਸ ਯੁਧਿਸ਼ਟਰ, ਯਕਸ਼ ਨਾਮ ਦੇ ਇੱਕ ਦੇਵਤੇ ਨੇ ਯੁਧਿਸ਼ਟਰ ਨੂੰ ਪੁੱਛਿਆ, ਇੱਕ ਦੇਵਤੇ ਯਕਸ਼ ਨੇ ਯੁਧਿਸ਼ਟਰ ਨੂੰ ਪੁੱਛਿਆ, ਵਟ ਇਜ਼ ਦੀ ਬੈਸਟ ਟਾਈਮ ਫॉर ਡੂਇੰਗ ਅ ਥਿੰਗ, ਅਰਥਾਤ ਕੋਈ ਕੰਮ ਕਰਨ ਦਾ ਸਭ ਤੋਂ ਚੰਗਾ ਸਮਾਂ ਕਿਹੜਾ ਹੈ। ਦੀ ਵਾਈਜ਼, ਵਾਈਜ਼ ਮੈਨੇ ਸਿਆਣਾ, ਸਨ ਮੈਨੇ ਪੁੱਤਰ ਆਫ ਕੁੰਤੀ, ਮਤਲਬ ਯੁਧਿਸ਼ਟਰ ਜਿਹੜਾ ਹੈ ਉਹ ਕੁੰਤੀ ਦਾ ਪੁੱਤਰ ਹੈ। ਸੋ ਕਹਿੰਦੇ ਕੁੰਤੀ ਦੇ ਸਿਆਣੇ ਪੁੱਤਰ ਨੇ ਕਿਹਾ ਨਾਓ, ਹੁਣ ਹੈ। ਸੋ ਜਿਹੜੇ ਬੰਦੇ ਬੱਚੇ ਸਿਆਣੇ ਹੁੰਦੇ ਨਾ, ਉਹ ਪੰਡਤਾਂ ਕੋਲ ਪੁੱਛ ਕੇ ਮਹੂਰਤ ਨਹੀਂ ਕਢਾਉਂਦੇ ਵੀ ਪੰਡਤ ਜੀ ਦੱਸੋ ਵਿਆਹ ਕਦੋਂ ਹੋਣਾ, ਕਰਨਾ ਚਾਹੀਦਾ ਹੈ, ਇਹ ਦੁਕਾਨ ਦਾ ਉਦਘਾਟਨ ਕਦੋਂ ਕਰਨਾ ਚਾਹੀਦਾ ਹੈ। ਆਪਣੇ ਤੇ ਪਿਆਰੇ ਵਿਦਿਆਰਥੀ ਲੀਡਰ ਦੇਖ ਲਓ, ਜਿਨ੍ਹਾਂ ਨੇ ਦੇਸ਼ ਚਲਾਉਣਾ ਹੈ, ਉਹ ਪੰਡਤਾਂ ਕੋਲ ਪੁੱਛ ਕੇ ਨੋਮੀਨੇਸ਼ਨ ਪੇਪਰ ਫਾਈਲ ਕਰਦੇ ਨੇ,
ਵੀ ਕਦੋਂ ਪੇਪਰ ਫਾਈਲ ਕਰਨਾ ਹੈ, ਕਦੋਂ ਇਲੈਕਸ਼ਨ ਲੜਨੀ ਹੈ, ਕਦੋਂ ਕੀ ਕਰਨਾ ਹੈ, ਬੜੇ ਚੱਕਰ ਖੜਦੇ ਨੇ ਉਹ। ਸੋ ਜਿਹੜੇ ਦੇਸ਼ ਦੇ ਆਪਣੇ ਲੀਡਰ ਇੱਦਾਂ ਦੇ ਕੰਮ ਕਰਨ, ਉਸ ਦੇਸ਼ ਦਾ ਵੀ ਕੀ ਹਾਲ ਹੋਏਗਾ ਤੁਸੀਂ ਆਪੇ ਅੰਦਾਜ਼ਾ ਲਗਾ ਲਓ। ਸੋ ਕਹਿੰਦੇ ਹੁਣ ਕੋਈ ਵੀ ਕੰਮ ਕਰਨ, ਚੰਗੇ ਕੰਮ ਕਰਨ ਦਾ ਸਮਾਂ ਹੁਣ ਹੈਗਾ। ਹਾਂ, ਜੇ ਕੋਈ ਮੰਦੇ ਕੰਮ ਹੈਗੇ ਨੇ ਉਹ ਭਾਵੇਂ ਤੁਸੀਂ ਕਹੋ ਅਸੀਂ ਕੱਲ ਕਰਾਂਗੇ, ਅਸੀਂ ਸਾਜ਼ਿਸ਼ ਕੱਲ ਕਰਾਂਗੇ, ਅਸੀਂ ਦੂਜੇ ਦਾ ਨੁਕਸਾਨ ਕੱਲ ਕਰਾਂਗੇ, ਅਸੀਂ ਦੂਜੇ ਦਾ ਮਾੜਾ ਕੱਲ ਕਰਾਂਗੇ। ਜਿੱਦਾਂ ਨਹੀਂ ਕਹਿੰਦੇ ਅੱਜ ਨਗਦ ਕੱਲ ਉਧਾਰ, ਤੇ ਕੱਲ ਆ ਜਾਏਗਾ ਤੇ ਫਿਰ ਉਹ ਕੱਲ ਤੇ ਪੈ ਜਾਏਗੀ। ਅਰਥਾਤ ਇਹ ਕਹਿਣ ਦਾ ਢੰਗ ਹੈ ਵੀ ਮਾੜੇ ਕੰਮ ਲਈ ਹਮੇਸ਼ਾ ਉਹਨੂੰ ਡਿਲੇ ਕਰੋ, ਤੇ ਚੰਗੇ ਕੰਮ ਜਿਹੜੇ ਕਰਨੇ ਨੇ ਉਹ ਤੇ ਹੁਣ ਕਰੋ। ਝਾੜੂ ਲਾਣਾ ਹੁਣ ਲਾਣਾ ਹੈ, ਬਾਥਰੂਮ ਸਾਫ਼ ਕਰਨਾ ਹੁਣ ਕਰਨਾ ਹੈ, ਖੇਤਾਂ ਨੂੰ ਪਾਣੀ ਦੇਣਾ ਹੁਣ ਦੇਣਾ ਹੈ, ਪੱਠੇ ਲਿਆਣੇ ਨੇ ਹੁਣ ਲਿਆਣੇ ਨੇ, ਪੱਠੇ ਵੱਢਣੇ ਨੇ ਹੁਣ ਵੱਢਣੇ ਨੇ। ਅਰਥਾਤ ਆਲਸ ਤਿਆਗ ਕੇ, ਇੱਕ ਬੜੀ ਸੋਹਣੀ ਅਖਾਣ ਹੈ, ਬੱਚੋ ਤੁਸੀਂ ਸੁਣਿਆ ਹੋਣਾ, ਕਿਹਾ ਕਿ ਪੱਖੇ ਅੱਗੇ ਉਦਮ ਅੱਗੇ ਲక్ష్ਮੀ, ਪੱਖੇ ਅੱਗੇ ਪੌਣ। ਲక్ష్ਮੀ ਮੈਨੇ ਮਾਇਆ, ਪੈਸਾ। ਜਿਹੜੇ ਬੰਦੇ ਉਦਮ ਕਰਦੇ ਨੇ ਉਹ ਪੈਸਾ ਕਮਾਉਂਦੇ ਨੇ, ਤੇ ਪੱਖੇ ਅੱਗੇ ਪਾਉਣ, ਜੇ ਪੱਖੀ ਨੂੰ ਝੱਲੋਗੇ ਨਹੀਂ, ਹੱਥ ਹਿਲਾਓਗੇ ਨਹੀਂ, ਤੇ ਤੁਹਾਨੂੰ ਹਵਾ ਕਿੱਦਾਂ ਲੱਗੇਗੀ? ਪੱਖੀ ਹੱਥ 'ਚ ਲਾ ਕੇ ਬੈਠੇ ਰਹੋ ਤੇ ਪੱਖੀ ਨੇ ਤਾਂ ਹਵਾ ਨਹੀਂ ਜਾਣੀ, ਪੱਖੀ ਨੂੰ ਝੱਲਾਂਗੇ ਤਾਂ ਹੀ ਹਵਾ ਆਏਗੀ। ਫਿਰ ਅੱਗੇ ਪਤਾ ਕੀ ਕਹਿੰਦੇ ਨੇ? ਕਹਿੰਦੇ ਦਲਿੱਦਰਾਂ ਕਰ ਗਊ ਲਵੇਰੀ, ਦੱਸੋ ਚੋਵੇ ਕੌਣ। ਹੁਣ ਘਰ 'ਚ ਸਾਰੇ ਦਲਿੱਦਰ ਹੋਣ, ਕੋਈ ਬਿਸਤਰੇ ਤੋਂ ਉੱਠ ਕੇ ਰਾਜੀ ਨਾ ਹੋਵੇ, ਤੇ ਗਾਂ ਜਿਹੜੀ ਹੈਗੀ ਲਵੇਰੀ ਹੈਗੀ, ਦੁੱਧ ਨਾਲ ਥਣ ਭਰੇ ਪਏ ਨੇ, ਪਰ ਹੁਣ ਚੋਣ ਲਈ ਉੱਠਣਾ ਤੇ ਪਏਗਾ, ਬਾਲਟੀ ਧੋਣੀ ਪਏਗੀ, ਪੈਰਾਂ ਭਾਰ ਬਹਿਣਾ ਪਏਗਾ, ਗਾਂ ਨੂੰ ਪਿਆਰ ਕਰਨਾ ਪਏਗਾ, ਤੇ ਥਣਾ ਨੂੰ ਕੁੱਟ ਕੇ ਦੁੱਧ ਕੱਢਣਾ ਪਏਗਾ। ਉਹਦੇ ਲਈ ਤੇ ਹੁਣ ਉਦਮ ਕਰਨਾ ਪਏਗਾ। ਸੋ ਇਸ ਕਰਕੇ ਨਾਓ ਹੁਣ, ਕੋਈ ਮਹੂਰਤ ਕੱਢਣ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ। ਕੋਈ ਵੀ ਚੰਗਾ ਵਧੀਆ ਕੰਮ ਕਰਨ ਲਈ ਮਹੂਰਤ ਦੇ ਚੱਕਰ 'ਚ ਕੋਈ 38 ਵਾਰ ਸ਼ਨੀਚਰਵਾਰ ਨੂੰ ਲੋਹਾ ਨਹੀਂ ਲੈਣਾ, ਮੰਗਲਵਾਰ ਨੂੰ ਇਹ ਨਹੀਂ ਕਰਨਾ, ਬੁੱਧਵਾਰ ਨੂੰ ਇਹ ਨਹੀਂ ਕਰਨਾ, ਇਹ ਫਲਾਣੇ ਮਹੀਨੇ ਅਸੀਂ ਇਹ ਫਲਾਣੇ ਮਹੀਨੇ ਸ਼ਰਾਧ ਹੈਗੇ ਨੇ, ਇਹ 'ਚ ਵਿਆਹ ਨਹੀਂ ਕਰਨਾ, ਇਹ 'ਚ ਸ਼ਾਪਿੰਗ ਨਹੀਂ ਕਰਨੀ। ਇੱਦਾਂ ਦੇ ਬੜੇ ਸਾਰੇ ਵਹਿਮ ਭਰਮ ਸਾਡੇ ਇੰਡੀਆ ਵਿੱਚ ਹੈਗੇ ਨੇ। ਸੋ ਕਹਿੰਦੇ ਕਿ ਯੁਧਿਸ਼ਠਰ ਨੇ ਵੀ ਇਹ ਗੱਲ ਕਹੀ ਕਿ ਦੀ ਵਾਈਜ਼ ਸਨ ਆਫ ਕੁੰਤੀ ਸੈਡ ਨਾਓ, ਮਤਲਬ ਕੰਮ ਕਰਨ ਦਾ ਸਭ ਤੋਂ ਵਧੀਆ ਸਮਾਂ ਹੈਗਾ ਹੁਣ। ਫਿਰ ਕਹਿੰਦੇ ਦੀ ਵਰਕ ਇਨ ਹੈਂਡ ਇਜ਼ ਦੀ ਮੋਸਟ ਇੰਪੋਰਟੈਂਟ ਵਰਕ ਐਂਡ ਦੀ ਪ੍ਰੈਜ਼ੈਂਟ। ਪ੍ਰੈਜ਼ੈਂਟ ਦੇਖੋ ਹਾਈਲਾਈਟ ਕਰਕੇ ਕੈਪੀਟਲ 'ਚ ਲਿਖਿਆ ਵੀ ਵਰਤਮਾਨ ਇਜ਼ ਦੀ ਮੋਸਟ ਇੰਪੋਰਟੈਂਟ ਟਾਈਮ ਟੂ ਡੂ ਇਟ। ਹੱਥ ਵਿੱਚ ਫੜਿਆ ਕੰਮ ਸਭ ਤੋਂ ਅਹਿਮ ਕੰਮ ਹੁੰਦਾ ਹੈ, ਅਤੇ ਉਸਨੂੰ ਕਰਨ ਦਾ ਸਭ ਤੋਂ ਅਹਿਮ ਵੇਲਾ ਵਰਤਮਾਨ ਹੈ। ਠੀਕ ਹੈ। ਫਿਰ ਅੱਗੇ ਕੀ ਕਹਿੰਦੇ? ਨਾਓ ਔਰ ਨੈਵਰ, ਹੁਣੇ ਜਾਂ ਕਦੇ ਨਹੀਂ। ਮਸਟ ਬੀ ਆਵਰ ਗਾਈਡਿੰਗ ਪ੍ਰਿੰਸੀਪਲ ਇਨ ਲਾਈਫ, ਸਾਡੇ ਲਈ ਜੀਵਨ ਵਿੱਚ ਰਾਹਨੁਮਾਈ, ਗਾਈਡਿੰਗ ਮੈਨੇ ਰਾਹਨੁਮਾਈ ਦਾ ਅਸੂਲ, ਪ੍ਰਿੰਸੀਪਲ ਹੋਣਾ ਚਾਹੀਦਾ ਹੈ। ਕਿਹੜਾ ਹੋਣਾ ਚਾਹੀਦਾ ਹੈ? ਨਾਓ ਔਰ ਨੈਵਰ, ਜਾਂ ਹੁਣ ਨਹੀਂ ਤੇ ਫਿਰ ਕਦੇ ਨਹੀਂ। ਫਿਰ ਕਹਿੰਦੇ ਨੈਵਰ ਪੁੱਟ ਆਫ। ਪੁੱਟ ਆਫ ਹੁੰਦਾ ਬੱਚਿਓ ਦੋ ਮਤਲਬ ਨੇ। ਇੱਕ ਤੇ ਪੁੱਟ ਆਫ ਹੁੰਦਾ ਹੈ ਵੀ ਉਤਾਰਨਾ, ਜਿੱਦਾਂ ਮੈਂ ਕਹਾਂ ਟੇਕ ਆਫ ਯੋਰ ਕੋਟ, ਪੁੱਟ ਆਫ ਯੋਰ ਕੋਟ, ਆਪਣਾ ਕੋਟ ਆਪਣੀ ਜੈਕਟ ਉਤਾਰ ਦਿਓ। ਤੇ ਪੁੱਟ ਆਫ ਹੁੰਦਾ ਬੱਚਿਓ ਅੱਗੇ ਸੁੱਟਣਾ, ਟਾਲਣਾ। ਨੈਵਰ ਪੁੱਟ ਆਫ ਟਿਲ ਟੁਮਾਰੋ, ਕੱਲ ਤੱਕ ਨਾ ਸੁੱਟੋ। ਦੇ ਸੇ ਕਿਹਾ ਜਾਂਦਾ ਹੈ ਵਟ ਯੂ ਕੈਨ ਡੂ ਟੂਡੇ, ਜੋ ਤੁਸੀਂ ਅੱਜ ਕਰ ਸਕਦੇ ਹੋ ਉਸਨੂੰ ਕੱਲ ਤੇ ਨਾ ਸੁੱਟੋ। ਕਿਹਾ ਜਾਂਦਾ ਹੈ ਜੋ ਤੁਸੀਂ ਅੱਜ ਕਰ ਸਕਦੇ ਹੋ ਉਸਨੂੰ ਕੱਲ ਤੇ ਨਾ ਸੁੱਟੋ। ਫਿਰ ਕਹਿੰਦੇ ਇਨ ਦਿਸ ਏਜ ਆਫ ਗਲੋਬਲਾਈਜੇਸ਼ਨ, ਗਲੋਬਲਾਈਜੇਸ਼ਨ ਬੱਚੇ ਹੁੰਦਾ ਹੈ ਵੀ ਸਾਰਾ ਸੰਸਾਰ ਇੱਕ ਪਿੰਡ ਬਣ ਗਿਆ, ਜਿਹਨੂੰ ਅਸੀਂ ਕਹਿੰਦੇ ਨੇ ਵਿਸ਼ਵੀਕਰਨ, ਤੇ ਸੁਪਰ ਕੰਪਿਊਟਰਸ, ਕੰਪਿਊਟਰ ਬੜੇ ਤੇਜ਼ ਹੋ ਗਏ ਨੇ, ਐਂਡ ਸਪੇਸ ਟਰੈਵਲ, ਸਪੇਸ ਮੈਨੇ ਪੁਲਾੜ, ਟਰੈਵਲ ਮੈਨੇ ਯਾਤਰਾ। ਕਹਿੰਦੇ ਵਿਸ਼ਵੀਕਰਨ, ਸੁਪਰ ਕੰਪਿਊਟਰ ਅਤੇ ਪੁਲਾੜ ਯਾਤਰਾ ਦੇ ਇਸ ਯੁੱਗ ਵਿੱਚ, ਇਨ ਦਿਸ ਏਜ, ਇਸ ਯੁੱਗ ਵਿੱਚ ਕੀ ਹੋ ਰਿਹਾ? ਲਾਈਫ ਇਜ਼ ਮੂਵਿੰਗ ਸੋ ਫਾਸਟ, ਜ਼ਿੰਦਗੀ ਇੰਨੀ ਤੇਜ਼ ਚੱਲ ਰਹੀ ਹੈ ਕਿ, ਜ਼ਿੰਦਗੀ ਇੰਨੀ ਤੇਜ਼ ਚੱਲ ਰਹੀ, ਭੱਜ ਰਹੀ ਹੈ ਕਿ a slip of even a fraction of a second, slip ਹੁੰਦੀ ਹੈ ਉਕਾਈ, can spell doom and disaster। doom ਮੈਨੇ ਬਰਬਾਦੀ, ਤਬਾਹੀ, disaster ਮੈਨੇ ਸੰਕਟ, spell ਮੈਨੇ can spell ਮੈਨੇ ਸਬਬ ਬਣ ਸਕਦੀ ਹੈ। ਸਕਿੰਟ ਦੇ ਇੱਕ ਹਿੱਸੇ ਦੀ ਵੀ ਉਕਾਈ ਤਬਾਹੀ ਅਤੇ ਸੰਕਟ ਦਾ ਸਬਬ ਬਣ ਸਕਦੀ ਹੈ। ਫਿਰ ਕਹਿੰਦੇ every single second has therefore its own importance, ਹਰ ਇੱਕ ਸਕਿੰਟ ਦੀ ਇਸ ਲਈ, therefore ਮੈਨੇ ਇਸ ਲਈ, ਆਪਣੀ ਅਹਿਮੀਅਤ ਹੈ। ਅਰਥਾਤ ਕਿਸੇ ਵੀ ਸਕਿੰਟ ਨੂੰ ਇਹ ਨਾ ਸੋਚੋ ਕਿ ਕੋਈ ਗੱਲ ਨਹੀਂ, ਹਰ ਇੱਕ ਸਕਿੰਟ ਮਹੱਤਵਪੂਰਨ ਹੈ, ਅਹਿਮ ਹੈ। ਫਿਰ ਕੀ ਕਹਿੰਦੇ? that is why the concept of budgeting one's time is fast catching up, ਇਸੇ ਕਰਕੇ ਆਪਣੇ ਸਮੇਂ ਖਰਚ ਦੀ, ਆਪਣਾ ਸਮਾਂ ਖਰਚ ਦੀ ਵਿਉਂਤਬੰਦੀ ਦਾ ਵਿਚਾਰ ਜ਼ੋਰ ਫੜਦਾ ਜਾ ਰਿਹਾ ਹੈ। ਕਿ ਜਿਹੜੇ ਸਿਆਣੇ ਬੰਦੇ ਨੇ, ਕਾਮਯਾਬ ਨੇ, ਉਹ ਪੂਰਾ ਆਪਣਾ ਇੱਕ ਦਿਨ ਦਾ ਟਾਈਮ ਟੇਬਲ ਬਣਾ ਕੇ ਰੱਖਦੇ ਨੇ ਵੀ ਮੈਂ ਇੰਨੀ ਵਜੇ ਤੋਂ ਇੰਨੇ ਵਜੇ ਤੱਕ ਮੇਰੀ ਇਹ ਅਪਾਇੰਟਮੈਂਟ ਨੇ, ਇੰਨੇ ਵਜੇ ਤੋਂ ਇੰਨੇ ਵਜੇ ਤੱਕ ਮੈਂ ਵਰਜਿਸ਼ ਕਰਨੀ ਹੈ, ਇੰਨੇ ਵਜੇ ਤੋਂ ਇੰਨੇ ਵਜੇ ਤੱਕ ਮੈਂ ਆਪਣੀ ਕਿਤਾਬਾਂ ਪੜ੍ਹਨੀਆਂ ਨੇ, ਇੰਨੇ ਵਜੇ ਤੋਂ ਇੰਨੇ ਵਜੇ ਤੱਕ ਮੈਂ ਇਹ ਵਾਲੇ ਕੰਮ ਕਰਨੇ ਨੇ, ਇਹ ਕੰਮ ਮੇਰੇ
ਇਹ ਪੈਂਡਿੰਗ ਨੇ, ਉਹ ਬਲਕਿ ਜਦੋਂ ਘਰ ਤੋਂ ਬਾਹਰ ਨਿਕਲਦੇ ਨੇ, ਮੈਂ ਕੀ ਕਰਦਾ ਬੱਚਿਓ, ਘਰ ਦੇ ਬਾਹਰ ਦੇ ਕਈ ਕੰਮ ਹੁੰਦੇ ਨੇ, ਮੈਂ ਆਪਣੀ ਡਾਇਰੀ 'ਚ ਲਿਖਦਾ ਰਹਿਣਾ। ਉਹ ਸਾਰੇ ਕੰਮ ਇੱਕੋ ਦਮ ਕਰਨ ਵਾਲੇ ਨਹੀਂ ਹੁੰਦੇ, ਮੈਨੂੰ ਪਤਾ ਹੈ ਆਉਣ ਵਾਲੇ ਦਿਨਾਂ 'ਚ ਇਹ ਕੰਮ ਕਰਨੇ ਨੇ। ਉਹ ਜਦੋਂ ਮੇਰੇ 7-8 ਕੰਮ ਇਕੱਠੇ ਹੋ ਜਾਂਦੇ ਨੇ, ਤੇ ਫਿਰ ਮੈਂ ਇੱਕ ਦਿਨ ਨਿਕਲਦਾ ਘਰੋਂ ਬਾਹਰ, ਤੇ 7-8 ਸਾਰੇ ਕੰਮ ਮੈਂ ਆਪਣੇ ਦਿਮਾਗ 'ਚ ਨਕਸ਼ਾ ਬਣਾ ਲੈਣਾ, ਪਹਿਲੇ ਮੈਂ ਇੱਥੇ ਜਾਵਾਂਗਾ, ਇੱਥੇ ਜਾਵਾਂਗਾ, ਇੱਥੇ ਜਾਵਾਂਗਾ। ਨਾਲ ਮੈਂ ਆਪਣੇ ਕੋਲ ਕਿਤਾਬ ਰੱਖ ਲੈਣਾ, ਵੀ ਜੇ ਮੈਨੂੰ ਕਿਤੇ ਉਡੀਕ ਕਰਨੀ ਪੈ ਜੀ ਤੇ ਮੈਂ ਬੈਠ ਕੇ ਆਪਣੀ ਕਿਤਾਬ ਪੜ੍ਹ ਲਵਾਂਗਾ। ਸੋ ਕੀ ਹੁੰਦਾ ਹੈ, ਉਹਦੇ ਨਾਲ ਮੈਨੂੰ ਬਜਾਏ ਉਹ 7-8 ਕੰਮਾਂ ਲਈ 7-8 ਵਾਰੀ ਬਾਹਰ ਜਾਣ ਦੀ ਬਜਾਏ, ਮੈਂ ਇੱਕ ਵਾਰ ਜਾਂਦਾ ਬਾਹਰ, ਤੇ 7-8 ਸਾਰੇ ਕੰਮ ਮੈਂ ਕਰਕੇ ਆ ਜਾਂਦਾ। ਤੇ ਮੈਂ ਇੱਕ ਵਾਰ ਗਿਆ ਤੇ ਮੈਂ ਸਾਰਾ ਉਹ 7-8 ਫਿਰ ਮੇਰੀ ਡਾਇਰੀ 'ਚ ਹੁੰਦਾ ਕਿ ਮੈਂ ਇਹ ਕੰਮ ਕਰਨੇ, ਇਹ ਕੰਮ ਕਰਨੇ, ਇਹ ਕੰਮ ਕਰਨੇ, ਤੇ ਇਦਾਂ ਨਿਪਟਾ ਲਈਦੇ ਨੇ। ਸੋ ਇਹਨੂੰ ਕਹਿੰਦੇ ਆ ਬਜਟਿੰਗ ਆਫ ਟਾਈਮ, ਠੀਕ ਹੈ। ਸੋ ਦੈਟ ਇਜ਼ ਵਾਈ ਦੀ ਕਨਸੈਪਟ ਆਫ ਬਜਟਿੰਗ ਵਨਸ ਟਾਈਮ ਇਜ਼ ਫਾਸਟ ਕੈਚਿੰਗ ਅਪ। ਇਸੇ ਕਰਕੇ ਆਪਣਾ ਸਮਾਂ ਖਰਚ ਦੀ ਵਿਉਂਤਬੰਦੀ ਦਾ ਵਿਚਾਰ ਜ਼ੋਰ ਫੜਦਾ ਜਾ ਰਿਹਾ, ਕੈਚਿੰਗ ਅਪ ਮੈਨੇ ਜ਼ੋਰ ਫੜਦਾ ਜਾ ਰਿਹਾ, ਅੱਗੇ ਰਲਣ ਦੀ ਕੋਸ਼ਿਸ਼ ਕਰ ਰਿਹਾ ਵੀ ਹੁਣ ਉਹ ਐਸ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਹੁਣ ਤੁਹਾਨੂੰ ਇਦਾਂ ਕਰਨਾ ਪਏਗਾ, ਕਿਉਂਕਿ ਜ਼ਿੰਦਗੀ ਬਹੁਤ ਤੇਜ਼ ਚੱਲ ਰਹੀ ਹੈ। ਐਵਰੀ ਮੋਮੈਂਟ ਆਫ ਲਾਈਫ ਇਜ਼ ਪ੍ਰੈਸ਼ੀਅਸ, ਜ਼ਿੰਦਗੀ ਦਾ ਹਰ ਪਲ ਕੀਮਤੀ ਹੈ। ਐਂਡ ਐਨੀ ਕੇਅਰਲੈਸ ਐਟੀਟਿਊਡ ਹੁੰਦਾ ਰਵੱਈਆ, ਨਜ਼ਰੀਆ, ਰੁਖ। ਕੇਅਰਲੈਸ ਮੈਨੇ ਲਾਪਰਵਾਹੀ ਵਾਲਾ, ਏਪੈਥੀ ਹੁੰਦੀ ਹੈ ਬੱਚਿਓ ਬੇਰੁਖੀ, ਟੂਵਰਡਸ ਦੀ ਇੰਪੋਰਟੈਂਸ ਆਫ ਟਾਈਮ, ਸਮੇਂ ਦੀ ਅਹਿਮੀਅਤ ਬਾਰੇ, ਕੈਨ ਪ੍ਰੂਵ ਸਾਬਿਤ ਹੋ ਸਕਦੀ ਹੈ, ਹਾਈਲੀ ਡੈਟਰੀਮੈਂਟਲ ਨੁਕਸਾਨਦੇਹ, ਡੈਟਰੀਮੈਂਟਲ ਹੁੰਦਾ ਨੁਕਸਾਨਦਾਇਕ, ਟੂ ਐਨੀ ਸੋਸਾਇਟੀ ਕਿਸੇ ਵੀ ਸਮਾਜ ਨੂੰ, ਅਤੇ ਸਮੇਂ ਦੀ ਅਹਿਮੀਅਤ ਵੱਲ ਕਿਸੇ ਵੀ ਕਿਸਮ ਦੀ ਲਾਪਰਵਾਹੀ ਵਾਲਾ ਰਵੱਈਆ, ਕੇਅਰਲੈਸ ਐਟੀਟਿਊਡ, ਲਾਪਰਵਾਹੀ ਵਾਲਾ ਰਵੱਈਆ ਜਾਂ ਬੇਰੁਖੀ ਔਰ ਐਪੈਥੀ ਕਿਸੇ ਵੀ ਸਮਾਜ ਲਈ ਨੁਕਸਾਨਦੇਹ ਹੋ ਸਕਦੇ ਹਨ। ਇੱਥੇ ਲਿਖਿਆ ਹਾਈਲੀ ਡੈਟਰੀਮੈਂਟਲ, ਮੈਂ ਅਤੀ ਲਿਖਣਾ ਸੀਗਾ, ਇੱਥੇ ਲਿਖਿਆ ਅਤ ਨੁਕਸਾਨਦੇਹ ਹੋ ਸਕਦੇ ਹਨ। ਹਾਈਲੀ ਮੈਨੇ ਬਹੁਤ ਜ਼ਿਆਦਾ, ਸੋ ਸਮਾਜ ਲਈ ਬਹੁਤ ਨੁਕਸਾਨਦੇਹ ਹੋ ਸਕਦੇ ਹਨ। ਮੈਂ ਹਾਈਲੀ ਦੀ ਜਗ੍ਹਾ ਇੱਥੇ ਬਹੁਤ ਲਿਖਣਾ ਭੁੱਲ ਗਿਆ। ਸੋ ਹਾਈਲੀ ਡੈਟਰੀਮੈਂਟਲ ਮੈਨੇ ਨੁਕਸਾਨਦਾਇਕ, ਹਾਈਲੀ ਡੈਟਰੀਮੈਂਟਲ ਬਹੁਤ ਜ਼ਿਆਦਾ ਨੁਕਸਾਨਦਾਇਕ। ਸੋ ਤੁਸੀਂ ਇੱਥੇ ਲਿਖ ਲੈਣਾ ਸਮਾਜ ਲਈ, ਕਿਸੇ ਵੀ ਸਮਾਜ ਲਈ ਬਹੁਤ ਨੁਕਸਾਨਦੇਹ ਹੋ ਸਕਦੇ ਹਨ। ਆਖਰੀ ਆ ਗਿਆ ਹੁਣ ਸਾਡਾ, ਲੱਗਦਾ ਹੈ ਵੀ ਕੈਨ ਹੋਪ ਫॉर ਅ ਗੁੱਡ ਟੁਮਾਰੋ। ਟੁਮਾਰੋ ਮੈਨੇ ਆਉਣ ਵਾਲਾ ਕੱਲ, ਗੁੱਡ ਟੁਮਾਰੋ ਚੰਗਾ ਆਉਣ ਵਾਲਾ ਕੱਲ। ਓਨਲੀ ਇਫ ਵੀ ਨੋ ਦੀ ਵੈਲਿਊ ਆਫ ਟੁਡੇ, ਟੁਡੇ ਮੈਨੇ ਅੱਜ, ਵੈਲਿਊ ਮੈਨੇ ਕੀਮਤ, ਅਸੀਂ ਚੰਗੇ ਭਲਕ ਦੀ, ਚੰਗੇ ਕੱਲ ਦੀ, ਚੰਗੇ ਆਉਣ ਵਾਲੇ ਕੱਲ ਦੀ, ਭਲਕ ਮੈਨੇ ਭਲਕੇ ਜਿਹਦਾ ਨਹੀਂ ਕਹਿੰਦੇ ਭਲਕੇ, ਭਲਕੇ ਮੈਨੇ ਕੱਲ, ਚੰਗੇ ਭਲਕ ਦੀ ਉਮੀਦ ਤਾਂ ਹੀ ਕਰ ਸਕਦੇ ਹਾਂ, ਕਰ ਸਕਦੇ ਹਾਂ ਇੱਥੇ ਨਹੀਂ ਲਿਖਿਆ, ਮਿਸ ਹੋ ਗਿਆ, ਕਰ ਸਕਦੇ ਹਾਂ ਜੇ ਅਸੀਂ ਅੱਜ ਦੀ ਕਦਰ ਸਮਝੀਏ। ਅਰਥਾਤ ਬੱਚਿਓ ਜੇ ਅਸੀਂ ਅੱਜ ਦੀ ਕਦਰ ਕਰਾਂਗੇ ਤਾਂ ਸਾਡਾ ਆਉਣ ਵਾਲਾ ਕੱਲ ਚੰਗਾ ਬਣੇਗਾ, ਸੁਨਹਿਰੀ ਬਣੇਗਾ। ਮਤਲਬ ਕਿ ਜੇ ਮੈਂ ਅੱਜ ਸਮੇਂ ਸਿਰ, ਉਹ ਕਹਿੰਦੇ ਨਾ ਗੁਰਬਾਣੀ 'ਚ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਠੀਕ ਹੈ ਨਾ। ਮਤਲਬ ਵੱਤਰ ਆ ਗਿਆ ਤੇ ਸਿਆਣਾ ਜ਼ਿਮੀਂਦਾਰ ਕਿਹੜਾ ਹੈ, ਪਤਾ ਨੂੰ ਪਤਾ ਕਿ ਵੱਤਰ ਆ ਗਿਆ, ਹੁਣ ਮੈਨੂੰ ਬੀਜ ਦੇਣਾ ਚਾਹੀਦਾ ਹੈ। ਤੇ ਵੱਤਰ ਵੇਲੇ ਜਿਹੜੇ ਉਹ ਬੀਜ ਦੇਗਾ ਤੇ ਉਹਨੂੰ ਚੰਗਾ ਝਾੜ ਮਿਲੇਗਾ, ਚੰਗੀ ਉਹਦੀ ਫਸਲ ਉਹਨੂੰ ਕਮਾਈ ਦਾ ਸਾਧਨ ਬਣੇਗੀ। ਤੇ ਜਿਹੜਾ ਜ਼ਿਮੀਂਦਾਰ ਕੋਈ ਤਾਸ਼ ਖੇਡਦਾ ਹੀ ਰਹਿ ਗਿਆ, ਉਹ ਸੁੱਤੇ ਹੀ ਰਹਿ ਗਿਆ, ਤੇ ਫਿਰ ਉਹਦਾ ਵੱਤਰ ਦਾ ਸਮਾਂ ਨਿਕਲ ਜਾਏਗਾ ਤੇ ਉਹ ਬੀਜ ਬੀਜੇਗਾ ਤੇ ਉਹਨੂੰ ਝਾੜ ਉੱਦਾਂ ਦਾ ਨਹੀਂ ਮਿਲੇਗਾ। ਇੱਕ ਹੋਰ ਬੜਾ ਵਧੀਆ ਅਖਾਣ ਹੈ, ਕਹਿੰਦੇ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਹੁਣ ਸਾਰੇ ਜਿਹੜੇ ਪਸ਼ੂ ਰੱਖਦੇ ਉਹਨਾਂ ਨੂੰ ਪਤਾ ਹੈ ਉਹਨਾਂ ਵਾਸਤੇ ਕੱਟੀ ਦੀ ਕਿੰਨੀ ਕੀਮਤ ਹੈਗੀ ਹੈ, ਪਰ ਕਹਿੰਦੇ ਜਿਹੜੇ ਜਾਗਦੇ ਨੇ ਉਹ ਤੇ ਕੱਟੀਆਂ ਲੈ ਜਾਂਦੇ ਨੇ, ਜਿਹੜੇ ਸੁੱਤੇ ਰਹਿੰਦੇ ਨੇ ਉਹਨਾਂ ਨੂੰ ਕੱਟੀਆਂ ਮਿਲ ਜਾਂਦੀਆਂ। ਮਤਲਬ ਕਿ ਕਹਾਣੀ ਬਣੀ ਹੋਈ ਨਾ, ਦੋ ਭਰਾ ਸੀਗੇ ਤੇ ਜਿਹੜਾ ਭਰਾ ਆਲਸੀ ਸੀ ਉਹਦੇ ਕੱਟੀ ਹੋ ਗਈ, ਤੇ ਜਿਹੜਾ ਉਦਮੀ ਸੀ ਉਹਦੇ ਕੱਟਾ ਹੋ ਗਿਆ। ਤੇ ਉਦਮੀ ਸੀ ਉੱਠਿਆ, ਉਹਨੇ ਕੀ ਕੀਤਾ, ਕੱਟੀ ਔਰ ਕੱਟੇ ਨੂੰ ਅਦਲਾ ਬਦਲੀ ਕਰ ਦਿੱਤੀ, ਉਹਨੇ ਆਪਣੇ ਭਰਾ ਦੇ ਬਦਲੇ ਕੱਟਾ ਦੇ ਦਿੱਤਾ ਤੇ ਆਪੂ ਕੱਟੀ ਰੱਖ ਲਈ। ਤੇ ਇੱਥੋਂ ਅਖਾਣ ਬਣਿਆ ਜਾਗਦਿਆਂ ਦੀ ਕੱਟੀਆਂ ਤੇ ਸੁੱਤਿਆਂ ਦੇ ਕੱਟੇ। ਸੋ ਇਹ ਬੱਚਿਓ ਜਿਹੜੀ ਗੱਲ ਹੈ ਇਹ ਬੜੀ ਮਹੱਤਵਪੂਰਨ ਹੈ, ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਵੀ ਆਰ ਡਿਊਟੀ ਬਾਉਂਡ, ਡਿਊਟੀ ਬਾਉਂਡ ਦਾ ਮਤਲਬ ਹੈ ਅਸੀਂ ਫਰਜ਼ ਦੇ ਬੱਝੇ ਹੋਏ ਹਾਂ। ਡਿਊਟੀ ਮੈਨੇ ਫਰਜ਼, ਡਿਊਟੀ ਬਾਉਂਡ ਮੈਨੇ ਫਰਜ਼ ਦੇ ਬੱਝੇ ਹੋਏ ਹਾਂ, ਅਰਥਾਤ ਸਾਡਾ ਫਰਜ਼ ਹੈ ਟੂ ਬੀਕਵੀਥ, ਬੀਕਵੀਥ ਹੁੰਦਾ ਬੱਚਿਓ ਹਵਾਲੇ ਕਰਨਾ, ਜਿਵੇਂ ਵਸੀਅਤ ਕਰਨੀ, ਜਿਵੇਂ ਬਜ਼ੁਰਗ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਆਪਣੀ ਜ਼ਮੀਨ, ਆਪਣਾ ਘਰ ਇਹ ਦੇ ਕੇ ਜਾਂਦੇ ਨੇ, ਇਹਨੂੰ ਕਹਿੰਦੇ ਬੀਕਵੀਥ। ਪਰ ਬੱਚਿਓ ਅਸੀਂ ਇਕੱਲਾ ਇਹੀ ਨਹੀਂ ਦੇ ਕੇ ਜਾਂਦੇ, ਅਸੀਂ ਇਕੱਲੇ ਪਦਾਰਥ ਜ਼ਮੀਨ ਨਹੀਂ ਦਿੰਦੇ, ਅਸੀਂ ਆਪਣੀਆਂ ਆਦਤਾਂ, ਸੰਸਕਾਰ ਤੇ ਉਹ ਵੀ ਦੇ ਕੇ ਜਾਂਦੇ ਹਾਂ। ਚੰਗੇ ਮਾਪੇ ਚੰਗੀਆਂ ਆਦਤਾਂ ਦੇ ਕੇ ਜਾਂਦੇ ਨੇ, ਚੰਗੇ ਸੰਸਕਾਰ ਦੇ ਕੇ ਜਾਂਦੇ ਨੇ, ਤੇ ਜਿਹੜੇ ਕੁਚੱਜੇ ਮਾਪੇ ਨੇ ਉਹ ਉੱਦਾਂ ਦੇ ਸੰਸਕਾਰ ਦੇ ਕੇ ਜਾਂਦੇ ਨੇ। ਸੋ ਕਹਿੰਦੇ ਵੀ ਆਰ ਡਿਊਟੀ ਬਾਉਂਡ ਟੂ ਬੀਕ ਵਿਥ ਅ ਹੈਪੀ, ਹੈਪੀ ਮੈਨੇ ਖੁਸ਼ੀ ਭਰਿਆ, ਪ੍ਰੋਸਪਰਸ ਮੈਨੇ ਖੁਸ਼ਹਾਲ, ਫਿਊਚਰ ਮੈਨੇ ਭਵਿੱਖ, ਟੂ ਦੀ ਕਮਿੰਗ ਜਨਰੇਸ਼ਨਸ, ਆਉਣ ਵਾਲੀ ਪੀੜ੍ਹੀਆਂ ਵਾਸਤੇ, ਆਉਣ ਵਾਲੀਆਂ ਨਸਲਾਂ ਵਾਸਤੇ। ਸੋ ਸਾਡਾ ਫਰਜ਼ ਹੈ ਕਿ ਅਸੀਂ ਆਉਣ ਵਾਲੀਆਂ ਨਸਲਾਂ ਦੇ ਹਵਾਲੇ
ਇੱਕ ਖੁਸ਼ੀ ਭਰਿਆ ਅਤੇ ਖੁਸ਼ਹਾਲ ਭਵਿੱਖ ਕਰੀਏ। ਪਰ ਅਸੀਂ ਬੱਚਿਓ ਕੀ ਕਰ ਰਹੇ ਹਾਂ? ਅਸੀਂ ਧਰਤੀ ਵੀ ਗੰਦਲੀ ਕਰਤੀ, ਜ਼ਹਿਰੀਲੀ ਕਰ ਦਿੱਤੀ, ਅਸੀਂ ਪਾਣੀ ਵੀ ਗੰਦਲਾ ਕਰ ਦਿੱਤਾ, ਠੀਕ ਹੈ, ਤੇ ਅਸੀਂ ਹਵਾ ਵੀ ਗੰਦਲੀ ਕਰ ਦਿੱਤੀ। ਉੱਤੋਂ ਸਾਡੀ ਸਰਕਾਰਾਂ ਜਿਹੜੀਆਂ ਨੇ ਉਹ ਕਹਿੰਦੇ ਸਾਰੇ ਖੇਤ, ਸਾਰੀ ਕਿਸਾਨੀ ਇਹ ਸਾਰਾ ਕਾਰਪੋਰੇਟ ਦੇ ਹਵਾਲੇ ਕਰ ਦਿਓ, ਉਹ ਹੋਰ ਜਾ ਕੇ ਇਹਨਾਂ ਨੂੰ ਤਬਾਹ ਕਰ ਦੇਣਗੇ, ਉਹ ਰੁੱਖ ਵੀ ਵੱਢ ਦੇਣਗੇ। ਹੁਣ ਦੇਖੋ ਉੱਤਰਾਂਚਲ ਵਿੱਚ, ਉੱਤਰਾਖੰਡ ਵਿੱਚ ਕੀ ਹੁੰਦਾ ਹੈ, ਕਦੀ ਬੱਦਲ ਫਟ ਜਾਂਦਾ ਹੈ, ਕਦੀ ਗਲੇਸ਼ੀਅਰ ਦਾ ਉਹ ਜਿਹੜਾ ਲੋਧਾ ਹੈ ਉਹ ਟੁੱਟ ਕੇ ਡਿੱਗ ਜਾਂਦਾ ਹੈ। ਕਿਉਂ? ਲਾਲਚ ਕਰਕੇ। ਕਾਰਪੋਰੇਟ ਵਰਲਡ ਵਾਲੇ ਜਿਹੜੇ ਹੈਗੇ ਨੇ ਉਹਨਾਂ ਦੀ ਪੈਸੇ ਦੀ ਭੁੱਖ ਨਹੀਂ ਮੁੱਕਦੀ, ਤੇ ਸਰਕਾਰਾਂ ਦੇ ਗਲ 'ਚ ਗੁੱਠੇ ਦੇ ਕੇ ਉਹ ਇਹੋ ਜਿਹੀ ਨੀਤੀਆਂ ਬਣਵਾਉਂਦੇ ਨੇ, ਤੇ ਉਹ ਜੰਗਲਾਂ 'ਤੇ ਵੀ ਕਬਜ਼ੇ ਕਰੀ ਜਾਂਦੇ ਨੇ। ਜਿਹੜੇ ਵਿਚਾਰੇ ਦਲਿਤ ਹੈਗੇ ਨੇ, ਜਿਹੜੇ ਜੰਗਲਾਂ ਦੇ ਮਾਲਿਕ ਹੈਗੇ ਨੇ, ਉਹ ਜੰਗਲਾਂ 'ਤੇ ਵੀ ਵਿੱਚ ਖਾਨਾਂ ਵਿੱਚ ਉੱਥੇ ਜੋ ਜੋ ਚੀਜ਼ਾਂ ਹੈਗੀਆਂ ਉਹਨਾਂ ਦਾ ਲਾਲਚ ਹੈਗਾ ਕਿ ਸਾਨੂੰ ਇਹ ਵੀ ਮਿਲ ਜਾਏ ਮਿੱਟੀ 'ਚੋਂ, ਸਾਨੂੰ ਰੁੱਖ ਵੀ ਮਿਲ ਜਾਣ। ਸੋ ਇੱਦਾਂ ਦੀ ਗੱਲ ਹੈਗੀ ਹੈ। ਤੇ ਅਸੀਂ ਆਪਣੇ ਇੰਡੀਆ ਦੇ ਬੰਦੇ ਤੇ ਮੈਂ ਬਿਲਕੁਲ ਕਹਾਂਗਾ ਕਿ ਅਸੀਂ ਆਪਣੀ ਜਨਰੇਸ਼ਨ ਲਈ ਕੋਈ ਬਹੁਤ ਚੰਗਾ ਹਿੰਦੁਸਤਾਨ ਛੱਡ ਕੇ ਨਹੀਂ ਜਾ ਰਹੇ। ਸੋ ਦਿਸ ਇਜ਼ ਪੋਸੀਬਲ ਓਨਲੀ ਇਫ ਵੀ ਨੋ ਦੀ ਵੈਲਿਊ ਆਫ ਨਾਓ। ਨਾਓ ਮੈਨੇ ਹੁਣ, ਇਨ ਆਵਰ ਲਾਈਵਸ ਟੂਡੇ। ਇਹ ਤਦੋਂ ਹੀ ਮੁਮਕਿਨ ਹੈ ਜੇ ਅਸੀਂ ਅੱਜ ਆਪਣੇ ਜੀਵਨ 'ਚ ਹੁਣ ਦੀ ਕਦਰ ਨੂੰ ਸਮਝੀਏ। ਸੋ ਇਹ ਸੀ ਪਿਆਰੇ ਵਿਦਿਆਰਥੀਓ ਤੁਹਾਡਾ ਲੈਸਨ ਨੰਬਰ 3 ਬਜਟਿੰਗ ਯੂਅਰ ਟਾਈਮ, ਉਸ ਦੀ ਰੀਡਿੰਗ ਅਤੇ ਟਰਾਂਸਲੇਸ਼ਨ। ਸੋ ਤੁਸੀਂ ਇਸੇ ਤਰ੍ਹਾਂ ਡਟ ਕੇ ਮਿਹਨਤ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓਜ਼ ਵਿੱਚ ਅਸੀਂ ਇਸੀ ਲੈਸਨ ਦੀ ਜੋ ਐਕਸਰਸਾਈਜ਼ ਹੈਗੀਆਂ ਉਹ ਲੈ ਕੇ ਆਵਾਂਗੇ। ਤਦ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।